ਸਟੂਡੈਂਟਸ ਅੱਜ ਅਸੀਂ ਪੜ੍ਹਾਂਗੇ ਵਿਸ਼ਾ ਜਿਹੜਾ ਹੈਗਾ ਹੋਏਗਾ ਕੰਪਿਊਟਰ ਸਾਇੰਸ ਚੈਪਟਰ ਨੰਬਰ 2 ਚੈਪਟਰ ਦਾ ਜਿਹੜਾ ਨਾਂ ਹੈਗਾ ਯੂਜ਼ਸ ਆਫ ਇੰਟਰਨੈਟ। ਇਹਦੇ ਬਾਰੇ ਅਸੀਂ ਅੱਜ ਪੜ੍ਹਾਂਗੇ। ਸਭ ਤੋਂ ਪਹਿਲਾਂ ਜਿਹੜਾ ਡੈਫੀਨੇਸ਼ਨ ਆ ਰਹੀ ਹੈ ਕਿ ਇੰਟਰਨੈਟ ਕੀ ਚੀਜ਼ ਹੈ। ਇਟ ਸਟੈਂਡਸ ਫॉर ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ, ਯਾਨੀ ਕਿ ਸਾਰੇ ਸੰਸਾਰ ਦੇ ਕੰਪਿਊਟਰਾਂ ਦਾ ਜਿਹੜਾ ਸਮੂਹ ਹੈਗਾ ਉਸ ਨੂੰ ਅਸੀਂ ਇੰਟਰਨੈਟ ਕਹਿ ਦਿੰਦੇ ਹਾਂ। ਇੰਟਰਨੈਟ ਦੀ ਜਿਹੜੀ ਛੋਟੀ ਇਕਾਈ ਹੈ ਉਹ ਹੈ ਜੀ ਨੈਟਵਰਕ। ਨੈਟਵਰਕ ਕਿਹਨੂੰ ਕਹਿੰਦੇ ਨੇ, ਇਹ ਸੈਕੰਡ ਡੈਫੀਨੇਸ਼ਨ ਸ਼ੁਰੂ ਹੋ ਗਈ, ਇੰਟਰਕਨੈਕਸ਼ਨ ਬਿਟਵੀਨ ਟੂ ਔਰ ਮੋਰ ਕੰਪਿਊਟਰਸ, ਕਿ ਤੁਹਾਡੇ ਕੋਲੇ ਘੱਟੋ ਘੱਟ 2 ਕੰਪਿਊਟਰ ਹੋਣੇ ਚਾਹੀਦੇ ਨੇ। 2 ਕੰਪਿਊਟਰ ਘੱਟੋ ਘੱਟ ਮਿਲ ਕੇ ਇੱਕ ਨੈਟਵਰਕ ਬਣਾਉਂਦੇ ਨੇ, ਤੇ ਜਿਹੜਾ ਨੈਟਵਰਕ ਆ ਉਹ ਅੱਗੇ ਜਾ ਕੇ ਇੰਟਰਨੈਟ ਦਾ ਰੂਪ ਲੈ ਲੈਂਦਾ। ਦ ਇੰਟਰਨੈਟ ਸਮਟਾਈਮ ਸਿੰਪਲੀ ਕਾਲਡ ਦਾ ਨੈਟ ਇਜ਼ ਅ ਗਲੋਬਲ ਨੈਟਵਰਕ, ਯਾਨੀ ਕਿ ਤੁਹਾਡੇ ਕੋਲੇ ਛੋਟੇ ਛੋਟੇ ਨੈਟਵਰਕ ਦਾ ਜਿਹੜਾ ਸਮੂਹ ਹੈ ਉਹ ਜਦੋਂ ਇਕੱਠਾ ਪੂਰਾ ਸੰਸਾਰ ਦਾ ਬਣ ਜਾਂਦਾ ਤਾਂ ਉਹ ਸਾਡੇ ਕੋਲ ਕੀ ਆ ਗਿਆ, ਇੰਟਰਨੈਟ ਆ ਗਿਆ। ਦ ਕੰਪਿਊਟਰ ਆਰ ਡਿਜੀਟਲੀ ਕਨੈਕਟਡ ਟੂ ਈਚ ਅਦਰ ਵਾਇਆ ਕੇਬਲ, ਫਾਈਬਰ ਔਰ ਵਾਇਰਲੈਸ ਲਿੰਕ। ਵੈਰੀ ਇੰਪੋਰਟੈਂਟ ਲਾਈਨ, ਕਿ ਜਿਹੜੇ 2 ਕੰਪਿਊਟਰ ਤੁਸੀਂ ਜੋੜੇ ਨੇ ਉਹ ਜਾਂ ਤਾਂ ਕਿਸੇ ਤਾਰ ਦੁਆਰਾ ਜੁੜੇ ਹੋਏ ਨੇ ਜਾਂ ਵਾਇਰਲੈਸ ਲਿੰਕ ਦੇ ਦੁਆਰਾ ਉਹ ਇੱਕ ਦੂਜੇ ਨਾਲ ਜੁੜੇ ਹੋਏ ਨੇ। ਇਹਦੀ ਵਰਤੋਂ ਕਿੱਥੇ ਹੁੰਦੀ ਆ? ਇਹਦੀ ਵਰਤੋਂ ਹੁੰਦੀ ਆ ਵੈਬਸਾਈਟ ਨੂੰ ਵਿਜ਼ਿਟ ਕਰਨ ਦੇ ਲਈ, ਕਮਿਊਨੀਕੇਟ ਵਿਦ ਪੀਪਲ, ਯਾਨੀ ਕਿ ਅਗਰ ਕਿਸੇ ਨਾਲ ਚਾਟਿੰਗ ਕਰਨੀ ਹੈ, ਜਿਵੇਂ ਮੈਸੇਂਜਰ ਹੋ ਗਿਆ, ਉਹਦੇ ਲਈ ਵਰਤੋਂ ਹੁੰਦਾ ਇੰਟਰਨੈਟ। ਡਾਊਨਲੋਡ ਪਿਕਚਰਸ ਐਂਡ ਵੀਡੀਓ, ਕੋਈ ਫੋਟੋਆਂ ਜਾਂ ਵੀਡੀਓਜ਼ ਨੂੰ ਡਾਊਨਲੋਡ ਕਰਨਾ, ਕੋਈ ਮਿਊਜ਼ਿਕ ਸੁਣਨਾ। ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਇੰਟਰਨੈਟ ਦੀ ਵਰਤੋਂ ਨਾਲ ਕਰਦੇ ਹਾਂ। ਕਹਿੰਦਾ ਵੀ ਵੈਨ 2 ਕੰਪਿਊਟਰ ਆਰ ਕਨੈਕਟਡ ਓਵਰ ਦਾ ਇੰਟਰਨੈਟ, ਜਦੋਂ 2 ਕੰਪਿਊਟਰ ਆਪਸ ਦੇ ਵਿੱਚ ਜੁੜਦੇ ਨੇ ਇੰਟਰਨੈਟ ਦੇ ਉੱਤੇ, ਦੇ ਕੈਨ ਸੈਂਡ ਰਿਸੀਵ ਆਲ ਕਾਈਂਡ ਆਫ ਇਨਫੋਰਮੇਸ਼ਨ, ਤਾਂ ਉਹ ਟੈਕਸਟ ਵੀ ਭੇਜ ਸਕਦੇ ਨੇ, ਗ੍ਰਾਫਿਕ ਵੀ ਭੇਜ ਸਕਦੇ ਨੇ, ਆਪਣੀ ਆਵਾਜ਼ ਵੀ ਭੇਜ ਸਕਦੇ ਨੇ, ਵੌਇਸ ਵੀਡੀਓ ਵੀ ਕੋਈ ਸੈਂਡ ਕਰ ਸਕਦਾ, ਕੋਈ ਕੰਪਿਊਟਰ ਵੀ ਆਪਾਂ ਪ੍ਰੋਗਰਾਮ ਵੀ ਆਪਾਂ ਸ਼ੇਅਰ ਕਰ ਸਕਦੇ ਹਾਂ। ਵੀ ਕੈਨ ਗੈਟ ਇਨਫੋਰਮੇਸ਼ਨ, ਐਕਸੈਸ ਡਾਟਾ, ਸ਼ਾਪਸ ਬਾਈ ਪਲੇ ਗੇਮਸ ਐਂਡ ਮੈਨੀ ਮੋਰ with just mouse click। ਸੋ ਇਹ ਸੀ ਜੀ ਬੇਸਿਕ ਡੈਫੀਨੇਸ਼ਨ। ਨੈਕਸਟ ਆ ਗਿਆ ਜੀ ਸਾਡੇ ਕੋਲੇ ਇੰਟਰਨੈਟ ਸਰਵਿਸ ਪ੍ਰੋਵਾਈਡਰ। ਇੰਟਰਨੈਟ ਸਰਵਿਸ ਪ੍ਰੋਵਾਈਡਰ ਕੌਣ ਹੁੰਦੇ ਨੇ? ਜਿਹੜੇ ਇੰਟਰਨੈਟ ਦੀ ਸਰਵਿਸਿਜ਼ ਸਾਨੂੰ ਪ੍ਰੋਵਾਈਡ ਕਰਦੇ ਨੇ। ਅਗਰ ਸਿੰਪਲੀ ਆਪਾਂ ਗੱਲ ਕਰੀਏ, ਇੱਥੇ ਅਸੀਂ ਇਹਦੀ ਜਿਹੜੀ ਫੁੱਲ ਫਾਰਮ ਹੈ ਉਹਨੂੰ ਵੀ ਨੋਟ ਡਾਊਨ ਕਰਨੇ ਵਾਲੀ ਆ, ਕਿ ਇੰਟਰਨੈਟ ਸਰਵਿਸ ਪ੍ਰੋਵਾਈਡਰ ISP is a company that provide ਇੰਟਰਨੈਟ ਕਨੈਕਸ਼ਨ ਐਂਡ ਸਰਵਿਸਿਜ਼ ਟੂ ਇੰਡੀਵਿਜੂਅਲ ਐਂਡ ਆਰਗੇਨਾਈਜੇਸ਼ਨ। ਜਦੋਂ ਅਸੀਂ ਘਰ ਦੇ ਵਿੱਚ ਇੰਟਰਨੈਟ ਲਵਾਉਂਦੇ ਹਾਂ ਤਾਂ ਜਿਹੜੀ ਕੰਪਨੀ ਸਾਨੂੰ ਉਹ ਕਨੈਕਸ਼ਨ ਪ੍ਰੋਵਾਈਡ ਕਰਦੀ ਹੈ ਉਹਨੂੰ ਅਸੀਂ ISP ਕਹਿ ਦਿੰਦੇ ਹਾਂ। ਉਹ ਘਰਾਂ ਦੇ ਵਿੱਚ ਵੀ ਕਰ ਸਕਦੇ ਨੇ, ਦਫ਼ਤਰਾਂ ਦੇ ਵਿੱਚ ਵੀ ਇੰਟਰਨੈਟ ਸਰਵਿਸ ਉਹ ਪ੍ਰੋਵਾਈਡ ਕਰਦੇ ਨੇ। ਡਾਇਗਰਾਮ ਬੜੀ ਇੰਪੋਰਟੈਂਟ ਆ, ਇਹਨੂੰ ਸਮਝਣ ਦੀ ਲੋੜ ਆ। ਇਹ ਸਪੋਜ਼ ਕਰੋ ਤੁਹਾਡੇ ਘਰ ਦਾ ਕੰਪਿਊਟਰ ਹੈ। ਜਦੋਂ ਇੰਟਰਨੈਟ ਸਰਵਿਸ ਪ੍ਰੋਵਾਈਡਰ ਆਏਗਾ ਤਾਂ ਉਹ ਤੁਹਾਡੇ ਘਰ ਇੱਕ ਮੋਡਮ ਲਗਾ ਕੇ ਜਾਏਗਾ, ਪਲੱਸ ਮੋਡਮ ਤੋਂ ਜਿਹੜੀ ਤਾਰ ਹੈਗੀ ਆ ਉਹ ਇੱਕ ਪਿਲਰ 'ਤੇ ਜਾਏਗੀ, ਪਿਲਰ ਤੋਂ ਇੰਟਰਨੈਟ ਦੇ ਨਾਲ ਕਨੈਕਟ ਹੋਏਗੀ। ਅੱਗੇ ਤੋਂ ਅੱਗੇ ਨੈਟਵਰਕ ਬਣਿਆ ਹੋਇਆ ਹੈ ਸਾਰਾ। ਕਿ ਜਿਹੜਾ ਦੂਜਾ ਕੰਪਿਊਟਰ ਆ ਜਿਸ ਤੋਂ ਤੁਸੀਂ ਇਨਫੋਰਮੇਸ਼ਨ ਲੈਣੀ ਹੈਗੀ ਆ, ਉੱਥੇ ਵੀ ਸੇਮ ਆਪਣੇ ਕੋਲੇ ਕਨਫੀਗਰੇਸ਼ਨ ਹੋਏਗੀ, ਕੰਪਿਊਟਰ ਹੋਏਗਾ, ਉੱਥੋਂ ਦੇ ਜਿਹੜਾ ISP ਹੋਏਗਾ ਉਹਨੇ ਮੋਡਮ ਲਗਾਇਆ ਹੋਏਗਾ, ਮੋਡਮ ਤੋਂ ਜਿਹੜੀ ਤਾਰ ਹੋਏਗੀ ਉਹ ਪਿਲਰ ਨੂੰ ਦਿੱਤੀ ਹੋਏਗੀ, ਅਤੇ ਪਿਲਰ ਤੋਂ ਫਿਰ ਉਹ ਇੰਟਰਨੈਟ ਕਲਾਊਡ ਦੇ ਵਿੱਚ ਜਾਊਗੀ। ISP ਕਿਹੜੇ ਹੋ ਸਕਦੇ ਨੇ? ISP ਤੁਹਾਡੇ ਕੋਲੇ ਇਹ ਕੁਛ ਨਾਂ ਦਿੱਤੇ ਹੋਏ ਨੇ, ਐਗਜ਼ਾਮਪਲਾਂ ਏਅਰਟੈਲ, ਵੋਡਾਫੋਨ, ਆਈਡੀਆ, BSNL ਔਰ ਜੀਓ। ਇਹ ਸਾਰੇ ISP ਨੇ, ਇੰਟਰਨੈਟ ਸਰਵਿਸ ਪ੍ਰੋਵਾਈਡਰ। ISP ਨੂੰ ਅਸੀਂ IAP ਵੀ ਕਹਿ ਦਿੰਦੇ ਹਾਂ, ਇੰਟਰਨੈਟ ਐਕਸੈਸ ਪ੍ਰੋਵਾਈਡਰ। ਸੋ ਇਹ ਬੇਸਿਕ ਬਣਤਰ ਜਿਹੜੀ ਕਿ ਸਾਡੇ ਘਰਾਂ ਦੇ ਵਿੱਚ ਇਹ ਸਾਨੂੰ ਆਮ ਦੇਖਣ ਨੂੰ ਇਹ ਮਿਲ ਜਾਂਦੀ ਹੈ। ਨੈਕਸਟ, ਸਾਡੇ ਘਰੇ ਇੰਟਰਨੈਟ ਲੱਗ ਗਿਆ, ਲੇਕਿਨ ਉਸ ਨੂੰ ਚਲਾਉਣ ਦੇ ਲਈ ਕੋਈ ਨਾ ਕੋਈ ਸੋਫਟਵੇਅਰ ਦਾ ਚਾਹੀਦਾ। ਤਾਂ ਸੋਫਟਵੇਅਰ ਸਾਡੇ ਕੋਲੇ ਆ ਗਿਆ ਜੀ ਵੈਬ ਬਰਾਊਜ਼ਰ। ਵੈਬ ਬਰਾਊਜ਼ਰ ਕੀ ਹੋਇਆ? ਸਭ ਤੋਂ ਪਹਿਲਾਂ ਜਿਹੜੀ ਨੋਟ ਡਾਊਨ ਕਰਨ ਵਾਲੀ ਗੱਲ ਆ ਵੈਬ ਬਰਾਊਜ਼ਰ ਇਜ਼ ਏ ਐਪਲੀਕੇਸ਼ਨ ਸੋਫਟਵੇਅਰ। ਵੈਬ ਬਰਾਊਜ਼ਰ ਕਹਿ ਲਓ, ਬਰਾਊਜ਼ਰ ਕਹਿ ਲਓ, ਇਹ ਕੀ ਚੀਜ਼ ਆ? ਇੱਕ ਐਪਲੀਕੇਸ਼ਨ ਸੋਫਟਵੇਅਰ ਆ ਦੈਟ ਅਲਾਓ
ਜਿਹੜਾ ਕਿ ਸਾਨੂੰ ਅਲਾਉ ਕਰਦਾ ਕਿ ਅਸੀਂ ਵਿਊ ਕਰ ਸਕੀਏ, ਐਕਸੈਸ ਕਰ ਸਕੀਏ ਵੈਬਸਾਈਟ ਨੂੰ ਇੰਟਰਨੈਟ ਦੇ ਉੱਪਰ। ਤੇ ਜੋ ਅਸੀਂ ਐਡਰੈਸ ਇਹਦੇ ਵਿੱਚ ਪਾਉਂਦੇ ਆ, ਜੋ ਐਡਰੈਸ ਅਸੀਂ ਐਂਟਰ ਕਰਦੇ ਆ, ਉਸ ਨੂੰ ਕੀ ਕਹਿੰਦੇ ਆ ਜੀ? URL, ਯੂਨੀਫਾਰਮ ਰਿਸੋਰਸ ਲੋਕੇਟਰ। ਇਹ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਵੀ ਜਿਹੜੀਆਂ ਫੁੱਲ ਫਾਰਮਸ ਨੇ ਇਹ ਇੰਪੋਰਟੈਂਟ ਨੇ। ਕਾਈਂਡਲੀ ਸਟੂਡੈਂਟਸ ਇਹਨਾਂ ਨੂੰ ਨਾਲ ਦੀ ਨਾਲ ਤੁਸੀਂ ਨੋਟ ਡਾਊਨ ਕਰਦੇ ਰਹੋ। ਪਹਿਲਾਂ ਸਾਡੇ ਕੋਲੇ ISP ਆਈ, ISP ਤੇ IAP ਆ ਗਈ, ਹੁਣ ਸਾਡੇ ਕੋਲੇ ਆ ਗਈ URL, ਯੂਨੀਫਾਰਮ ਰਿਸੋਰਸ ਲੋਕੇਟਰ। ਇਹ ਅਸੀਂ ਐਡਰੈਸ ਬਾਰ ਦੇ ਵਿੱਚ ਟਾਈਪ ਕਰਦੇ ਹਾਂ। ਬਰਾਊਜ਼ਰ ਕੈਨ ਸ਼ੋ ਸਿੰਪਲ ਟੈਕਸਟ, ਆਡੀਓ, ਵੀਡੀਓ, ਹਾਈਪਰਲਿੰਕਸ। ਬਰਾਊਜ਼ਰ ਦੇ ਵਿੱਚ ਟੈਕਸਟ ਵੀ ਤੁਹਾਡਾ ਸ਼ੋ ਹੋਏਗਾ, ਆਡੀਓ ਵੀ ਸ਼ੋ ਹੋਏਗੀ, ਵੀਡੀਓ ਵੀ ਸ਼ੋ ਹੋਏਗੀ, ਤੇ ਅੱਗੇ ਫਰਦਰ ਲਿੰਕ ਦੇ ਕਨੈਕਸ਼ਨ ਵੀ ਸ਼ੋ ਹੋਣਗੇ। The main function of the web browser is to fetch information resources from the web and display on the user device. ਮੇਨ ਕੰਮ ਕੀ ਹੈ ਵੈਬ ਬਰਾਊਜ਼ਰ ਦਾ? ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਇਹਨੇ ਇਨਫੋਰਮੇਸ਼ਨ ਨੂੰ ਇਕੱਠੀ ਕਰਨਾ ਜਾਂ ਲੈਣਾ ਅਤੇ ਯੂਜ਼ਰ ਦੇ ਡਿਵਾਈਸ ਦੇ ਉੱਤੇ ਉਹਨੂੰ ਡਿਸਪਲੇ ਕਰ ਦੇਣਾ। ਉਹ ਡਿਵਾਈਸ ਤੁਹਾਡੇ ਕੋਲੇ ਫੋਨ ਵੀ ਹੋ ਸਕਦਾ, ਤੁਹਾਡਾ PC ਵੀ ਹੋ ਸਕਦਾ, ਤੇ ਤੁਹਾਡਾ ਲੈਪਟਾਪ ਵੀ ਹੋ ਸਕਦਾ। ਹੁਣ ਐਗਜ਼ਾਮਪਲਾਂ ਕਿਹੜੀਆਂ ਨੇ? ਸਭ ਤੋਂ ਮੋਸਟ ਪਾਪੂਲਰ ਵੈਬ ਬਰਾਊਜ਼ਰ ਜਿਹੜੇ ਹੈਗੇ ਨੇ ਉਹਨਾਂ ਦੇ ਐਗਜ਼ਾਮਪਲਾਂ ਆ ਲਿਖੀਆਂ ਹੋਈਆਂ ਨੇ ਜੀ, ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਆਈਕਨ ਨੇ ਕਿ ਉਹ ਤੁਹਾਨੂੰ ਕੰਪਿਊਟਰ ਦੇ ਵਿੱਚ ਕਿੱਦਾਂ ਦੇ ਦਿਖਣਗੇ ਉਹ ਵੀ ਨਾਲ ਸਾਡੇ ਕੋਲੇ ਸ਼ੋ ਆਫ ਨੇ। ਸਭ ਤੋਂ ਪਹਿਲਾਂ ਮਾਈਕਰੋਸਾਫਟ ਐਕਸਪਲੋਰਰ, ਇੰਟਰਨੈਟ ਐਕਸਪਲੋਰਰ, ਇਹ ਸੀਗਾ। ਫਿਰ ਆ ਗਿਆ ਜੀ ਗੂਗਲ ਕਰੋਮ, ਦੈਨ ਐਪਲ ਸਫਾਰੀ, ਦੈਨ ਮੋਜ਼ੀਲਾ ਫਾਇਰਫੌਕਸ, ਦੈਨ ਸਾਡੇ ਕੋਲ ਕੀ ਆ ਗਿਆ ਜੀ? ਓਪੇਰਾ। ਸੋ ਇਹ 5 ਵੈਬ ਬਰਾਊਜ਼ਰ ਨੇ। ਤਾਂ ਤੁਹਾਨੂੰ ਲੋੜ ਹੈਗੀ ਆ ਤੁਸੀਂ ਇਹਨਾਂ ਵੈਬ ਬਰਾਊਜ਼ਰ ਦੀ ਡੈਫੀਨੇਸ਼ਨ ਨੂੰ ਯਾਦ ਕਰੋ, URL ਨੂੰ ਯਾਦ ਕਰੋ, ਤੇ ਇਹਨਾਂ ਦੇ ਕੁਝ ਜਿਹੜੇ ਨਾਂ ਨੇ ਉਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਨੈਕਸਟ ਆ ਗਿਆ ਜੀ ਬੁੱਕਮਾਰਕ ਐਂਡ ਫੇਵਰੇਟ। ਬੁੱਕਮਾਰਕ ਕੀ ਹੁੰਦਾ? ਕਹਿੰਦਾ ਬੁੱਕਮਾਰਕ ਹੋ ਗਿਆ ਕੋਈ ਥਿਨ ਮਾਰਕਰ ਹੋ ਗਿਆ, ਉਹ ਕਾਮਨਲੀ ਮੇਡ ਆਫ ਕਾਰਡ, ਮੈਟਲ, ਪਲਾਸਟਿਕ, ਕੌਰਡ ਐਕਸੈਟਰਾ। ਇਹਦਾ ਕੰਮ ਕੀ ਹੁੰਦਾ ਵੀ ਬੁੱਕ ਦੇ ਵਿੱਚ ਜਿੱਥੇ ਰੀਡਰ ਉਹਨੂੰ ਆਪਣੀ ਰੀਡਿੰਗ ਨੂੰ ਸਟਾਪ ਕਰਨਾ ਚਾਹੁੰਦਾ ਵੀ ਮੈਂ ਅੱਗੇ ਫਰਦਰ ਉਸ ਨੂੰ ਰੀਡ ਕਰਾਂ, ਉੱਥੇ ਅਸੀਂ ਉਸ ਦਾ ਬੁੱਕਮਾਰਕ ਲਿਖ ਦਿੰਦੇ ਹਾਂ। ਜਾਂ ਇਹ ਕਹਿ ਲਓ ਇਟ ਇਜ਼ ਯੂਜ਼ਡ ਟੂ ਕੀਪ ਦਾ ਰੀਡਰ ਪਲੇਸ in the book and enable the reader to return it with ease। ਕਿ ਵਾਪਸ ਦੁਬਾਰਾ ਰੀਡਰ ਆ ਕੇ ਉਸੇ ਪੁਆਇੰਟ ਤੋਂ ਬੁੱਕ ਨੂੰ ਰੀਡ ਕਰਨੀ ਸ਼ੁਰੂ ਕਰੇ, ਉਹ ਸਾਡੇ ਕੋਲੇ ਬੁੱਕਮਾਰਕ ਹੈ। ਹੁਣ ਵੈਬਸਾਈਟ ਦੇ ਵਿੱਚ ਬੁੱਕਮਾਰਕ ਕੀ ਹੋਊਗਾ? ਆਪਣੇ ਕੋਲ ਗੱਲ ਆ ਗਈ। ਵੈਬਸਾਈਟ ਦੇ ਵਿੱਚ ਇੱਕ ਤੁਹਾਨੂੰ ਪੇਜ ਬਹੁਤ ਵਧੀਆ ਲੱਗਿਆ, ਵੈਬਸਾਈਟ ਨੂੰ ਵਿਜ਼ਿਟ ਕਰ ਰਹੇ ਹੋ, ਉਸ ਪੇਜ ਨੂੰ ਤੁਸੀਂ ਮਾਰਕ ਕਰਨਾ ਚਾਹੁੰਦੇ ਹੋ ਵੀ ਮੈਂ ਲੇਟਰ ਔਨ ਇਸੇ ਪੇਜ ਦੇ ਉੱਤੇ ਆ ਕੇ ਦੁਬਾਰਾ ਇਸ ਪੇਜ ਨੂੰ ਮੈਂ ਵਿਜ਼ਿਟ ਕਰ ਸਕਾਂ ਈਜ਼ੀਲੀ। ਉਹਦੇ ਲਈ ਤੁਹਾਨੂੰ ਬੁੱਕਮਾਰਕ ਦੀ ਲੋੜ ਹੈ। ਇਹ ਜਿਹੜੀ ਆਪਸ਼ਨ ਹੈਗੀ ਆ ਇਹ ਸਾਰੇ ਵੈਬ ਬਰਾਊਜ਼ਰ ਦੇ ਵਿੱਚ ਅਵੇਲੇਬਿਲਿਟੀ ਹੈਗੀ ਆ ਬੁੱਕਮਾਰਕ ਦੀ। ਇੰਟਰਨੈਟ ਐਕਸਪਲੋਰਰ ਇਜ਼ ਓਨਲੀ ਮੇਜਰ ਵੈਬ ਬਰਾਊਜ਼ਰ ਦੈਟ ਯੂਜ਼ ਟਰਮ ਫੇਵਰੇਟ। ਬਾਕੀ ਜਿੰਨੇ ਬਰਾਊਜ਼ਰ ਨੇ ਉਹ ਟਰਮ ਯੂਜ਼ ਕਰਦੇ ਨੇ ਬੁੱਕਮਾਰਕ, ਲੇਕਿਨ ਜਿਹੜਾ ਇੰਟਰਨੈਟ ਐਕਸਪਲੋਰਰ ਹੈਗਾ ਬਰਾਊਜ਼ਰ ਉਹ ਤੁਹਾਡੇ ਕੋਲੇ ਬੁੱਕਮਾਰਕ ਦੀ ਜਗ੍ਹਾ ਦੇ ਉੱਤੇ ਕੀ ਟਰਮ ਯੂਜ਼ ਕਰੇਗਾ? ਉਹ ਯੂਜ਼ ਕਰੇਗਾ ਫੇਵਰੇਟ। ਸੋ ਇਹਨੂੰ ਲਾਉਣਾ ਬਹੁਤ ਸਿੰਪਲ ਹੈ। ਜਿਵੇਂ ਇੱਥੇ ਆ ਤੁਸੀਂ ਵੈਬਸਾਈਟ ਵਿਜ਼ਿਟ ਕੀਤੀ, ਆ URL ਹੋ ਗਿਆ, ਇੱਥੇ ਤੁਹਾਨੂੰ ਪੇਜ ਇਹ ਬਹੁਤ ਵਧੀਆ ਲੱਗਿਆ, ਇੱਥੇ ਸਟਾਰ ਦੀ ਲਿਖਿਆ ਹੋਇਆ ਆਏਗਾ, ਸਟਾਰ ਬਣਿਆ ਹੋਇਆ ਆਏਗਾ, ਉਹਨੂੰ ਤੁਸੀਂ ਕਲਿੱਕ ਕਰ ਦਿਓ, ਇਹ ਤੁਹਾਡੇ ਕੋਲੇ ਬੁੱਕਮਾਰਕ ਹੋ ਗਿਆ। ਅਦਰਵਾਈਜ਼ ਇਹ ਆਪਸ਼ਨ ਜਿਹੜੀ ਹੈਗੀ ਆ ਮੈਨਿਊ ਦੇ ਵਿੱਚ ਵੀ ਅਵੇਲੇਬਲ ਹੈਗੀ ਆ। ਆਇਡੈਂਟੀਫਾਈ ਸਿਕਿਉਰ ਸਾਈਟਸ। ਹੁਣ ਜਿਹੜੀ ਵੀ ਸਾਈਟ ਦੇ ਉੱਤੇ ਤੁਸੀਂ ਵਿਜ਼ਿਟ ਕਰਦੇ ਹੋ ਸਾਰੀਆਂ ਸਿਕਿਉਰ ਨਹੀਂ ਹੁੰਦੀਆਂ, ਯਾਨੀ ਕਿ ਤੁਸੀਂ ਹਰ ਇੱਕ ਵੈਬਸਾਈਟ ਦੇ ਉੱਤੇ ਟਰਸਟ ਨਹੀਂ ਕਰ ਸਕਦੇ। ਉਹ ਕਿਉਂ? ਕਿਉਂਕਿ ਉਹ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈਗੀ ਆ ਉਹ ਚੁਰਾ ਸਕਦੇ ਨੇ, ਉਹਨੂੰ ਥੈਫਟ ਕਰ ਸਕਦੇ ਨੇ।
ਤਾਂ ਤੁਸੀਂ ਇਹ ਕਿਵੇਂ ਆਇਡੈਂਟੀਫਾਈ ਕਰੋਗੇ ਵੀ ਜਿਹੜੀ ਤੁਸੀਂ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਰਹੇ ਹੋ ਉਹ ਸਿਕਿਉਰ ਹੈ ਜਾਂ ਨਹੀਂ। ਉਹਦੇ ਲਈ ਤੁਸੀਂ ਕਰਨਾ ਕੀ ਹੈ, ਇਹ ਚੀਜ਼ ਦੇਖਣਾ ਜਦੋਂ ਤੁਸੀਂ ਐਡਰੈਸ ਬਾਰ ਦੇ ਵਿੱਚ URL ਪਾਉਂਦੇ ਹੋ, ਯਾਨੀ ਕਿ ਇਹ ਸਾਡੇ ਕੋਲ URL ਹੋ ਗਿਆ। ਜਦੋਂ ਤੁਸੀਂ ਐਡਰੈਸ ਬਾਰ ਦੇ ਵਿੱਚ URL ਨੂੰ ਐਂਟਰ ਕੀਤਾ ਤਾਂ ਤੁਸੀਂ ਇਹ ਦੇਖੋ, ਐਂਟਰ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਥੇ ਲੌਕ ਦਾ ਨਿਸ਼ਾਨ ਬਣਿਆ ਹੋਇਆ ਆਇਆ, ਇਹਦਾ ਮਤਲਬ ਇਹ ਸਿਕਿਉਰ ਸਾਈਟ ਆ। ਅਤੇ ਨਾਲ ਦੀ ਨਾਲ ਇੱਕ ਇਹਦੀ ਹੋਰ ਆਇਡੈਂਟੀਫਿਕੇਸ਼ਨ ਹੈ, ਇੱਥੇ ਤੁਹਾਡੇ ਕੋਲ ਆਏਗਾ HTTPS ਦਿਸ ਵਨ, AS ਜਿਹੜਾ ਹੈਗਾ ਇਹ ਇੰਪੋਰਟੈਂਟ ਆ। ਹੁਣ ਇਹਦੀ ਫੁੱਲ ਫਾਰਮ ਕੀ ਹੋਈ, ਇਹ ਹੈਗੀ HTTPS ਸਟੈਂਡਸ ਫॉर ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਓਵਰ ਸਿਕਿਉਰ ਸੌਕਟ ਲੇਅਰ, ਯਾਨੀ ਕਿ SSL ਲੇਅਰ। SSL ਸਰਟੀਫਿਕੇਟ ਪ੍ਰੋਵਾਈਡ ਸਿਕਿਉਰਿਟੀ ਫॉर द ਕਸਟਮਰ ਸਾਈਡ ਇਨਫੋਰਮੇਸ਼ਨ, ਯਾਨੀ ਕਿ ਜੋ ਵੀ ਤੁਸੀਂ ਡਾਟਾ ਆਪਣੇ ਕੰਪਿਊਟਰ ਤੋਂ ਭਰ ਰਹੇ ਹੋ ਉਹ ਉੱਥੇ ਸਿਕਿਉਰਿਟੀ ਪ੍ਰੋਵਾਈਡ ਕਰਦਾ। ਇਹ ਹੈ ਕੀ ਚੀਜ਼, ਇਟ ਇਜ਼ ਦਾ ਮੋਡੀਫਿਕੇਸ਼ਨ ਆਫ HTTP ਪ੍ਰੋਟੋਕੋਲ, ਯਾਨੀ ਕਿ ਤੁਸੀਂ ਕੋਈ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਸੈਂਡ ਕਰ ਰਹੇ ਹੋ, ਉਹ ਕੀ ਕਰੇਗਾ, ਪਹਿਲਾਂ ਉਹਨੂੰ ਇਨਕ੍ਰਿਪਟ ਕਰੇਗਾ। HTTP ਕੀ ਕਰੇਗਾ ਜੀ, ਇਨਕ੍ਰਿਪਟ ਕਰੇਗਾ। ਜਦੋਂ ਉਹ ਸਰਵਰ ਦੇ ਉੱਤੇ ਪਹੁੰਚ ਗਈ, ਸਰਵਰ ਉਸ ਨੂੰ ਕੀ ਕਰੇਗਾ, ਡਿਕ੍ਰਿਪਟ ਕਰੇਗਾ, ਯਾਨੀ ਕਿ ਇੰਟਰਮੀਡੀਏਟ ਦੇ ਵਿੱਚ ਉਸ ਨੂੰ ਕੋਈ ਵੀ ਨਹੀਂ ਦੇਖ ਸਕਦਾ। ਸੋ ਇਹ ਸਾਡੇ ਕੋਲ ਆਪਸ਼ਨਸ ਹੈਗੀ ਵੀ ਆਪਾਂ ਜਿਹੜੀਆਂ ਸਿਕਿਉਰ ਸਾਈਟਸ ਨੂੰ ਕਿਵੇਂ ਅਸੀਂ ਆਇਡੈਂਟੀਫਾਈ ਕਰ ਸਕਦੇ ਹਾਂ। ਡਿਫਰੈਂਟ ਵੈਬ ਬਰਾਊਜ਼ਰਸ ਹੈਵ ਪੈਡਲੌਕ ਇਨ ਡਿਫਰੈਂਟ ਲੋਕੇਸ਼ਨਸ ਔਨ ਦਾ ਸਕਰੀਨ। ਇਹ ਜ਼ਰੂਰ ਇੱਥੇ ਯਾਦ ਰੱਖਣ ਵਾਲੀ ਗੱਲ ਆ ਵੀ ਕੁਝ ਜਿਹੜੇ ਬਰਾਊਜ਼ਰ ਹੈਗੇ ਨੇ ਉਹਨਾਂ ਦੇ ਤਾਂ ਜਿੱਥੇ ਤੁਸੀਂ URL ਐਂਟਰ ਕੀਤਾ, ਜਿਵੇਂ ਉਰੇ URL ਐਂਟਰ ਕੀਤਾ, ਇੱਥੇ ਹੀ ਤੁਹਾਡੇ ਕੋਲ ਲੌਕ ਬਣਿਆ ਹੋਇਆ ਆ ਗਿਆ। ਲੇਕਿਨ ਕੁਝ ਜਿਹੜੇ ਬਰਾਊਜ਼ਰ ਨੇ ਉਹਨਾਂ ਦੀ ਜਿਹੜੀ ਲੌਕ ਦੀ ਜਿਹੜੀ ਹੈਗੀ ਆ, ਪੈਡਲੌਕ ਦੀ ਜਿਹੜੀ ਲੋਕੇਸ਼ਨ ਹੋਊਗੀ ਉਹ ਵੱਖਰੀ ਵੱਖਰੀ ਹੋਏਗੀ। ਇੱਥੇ ਕੁਝ ਇੰਪੋਰਟੈਂਟ ਗੱਲਾਂ ਨੇ ਜਦੋਂ ਤੁਸੀਂ ਇੰਟਰਨੈਟ ਦੇ ਉੱਤੇ ਕੋਈ ਵੀ ਆਪਣਾ ਡਾਟਾ ਸ਼ੇਅਰ ਕਰਦੇ ਹੋ। ਡੂ ਨੋਟ ਲੌਗਇਨ ਇਨਟੂ ਅ ਸਾਈਟ ਇਫ ਇਟ ਇਜ਼ ਨੋਟ ਅ ਸਿਕਿਉਰ। ਅਗਰ ਕੋਈ ਸਿਕਿਉਰ ਸਾਈਟ ਨਹੀਂ ਹੈਗੀ ਤਾਂ ਉਹਦੇ ਉੱਤੇ ਡਾਟਾ ਕੋਈ ਨਾ ਭਰੋ। ਅਗਰ ਤੁਹਾਨੂੰ ਲੱਗਦਾ ਵੀ ਇਹ ਕੋਈ ਫੇਕ ਸਾਈਟ ਹੈਗੀ ਆ, ਉਸ ਦੇ ਉੱਤੇ ਵੀ ਡਾਟਾ ਭਰਨ ਦੀ ਲੋੜ ਨਹੀਂ ਹੈ। ਹਮੇਸ਼ਾ ਹੀ ਜਦੋਂ ਤੁਸੀਂ ਲੌਗਇਨ ਕਰ ਲਿਆ ਤਾਂ ਲੌਗ ਆਊਟ ਜ਼ਰੂਰ ਕਰੋ। ਸੋ ਇਹ 3 ਪੁਆਇੰਟ ਸਾਡੇ ਕੋਲੇ ਹੋ ਗਏ। ਹੁਣ ਅੱਗੇ ਆ ਗਿਆ ਵੀ ਇੰਟਰਨੈਟ ਐਂਡ ਇਟਸ ਐਪਲੀਕੇਸ਼ਨ। ਇੰਟਰਨੈਟ ਦੀ ਵਰਤੋਂ ਅਸੀਂ ਕਿੱਥੇ ਕਰਦੇ ਹਾਂ? ਸਭ ਤੋਂ ਪਹਿਲੀ ਜੇ ਆਪਾਂ ਗੱਲ ਕਰੀਏ ਤਾਂ ਇੰਟਰਨੈਟ ਦੀ ਵਰਤੋਂ ਕਮਿਊਨੀਕੇਸ਼ਨ ਦੇ ਲਈ ਹੁੰਦੀ ਹੈ। ਕਮਿਊਨੀਕੇਸ਼ਨ ਬੜੀ ਇੰਪੋਰਟੈਂਟ ਚੀਜ਼ ਆ। ਕਹਿੰਦਾ ਇੰਟਰਨੈਟ ਕਮਿਊਨੀਕੇਸ਼ਨ ਹੈਜ਼ ਮੇਡ ਸ਼ੋਰ ਟੂ ਕਨੈਕਟ ਪੀਪਲ ਫਰੋਮ 2 ਆਪੋਜ਼ਿਟ ਸਾਈਡਸ ਆਫ ਦ ਅਰਥ ਵਿਦ ਨੋ ਪ੍ਰੋਬਲਮ ਐਟ ਆਲ। ਤੁਸੀਂ ਇੱਕ ਕੋਨੇ ਤੋਂ ਦੂਜੀ ਕੋਨੇ ਦੇ ਵਿੱਚ, ਧਰਤੀ ਦੇ ਦੂਜੇ ਕੋਨੇ ਦੇ ਵਿੱਚ ਅਗਰ ਇੰਟਰਨੈਟ ਅਵੇਲੇਬਲ ਹੈਗਾ ਤਾਂ ਉੱਥੇ ਕਮਿਊਨੀਕੇਟ ਕਰ ਸਕਦੇ ਹੋ। ਡਿਸਟੈਂਸ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਹੁਣ ਕਹਿੰਦਾ ਕਮਿਊਨੀਕੇਸ਼ਨ ਕਹਿੰਦੇ ਕੀ ਨੇ? ਇੰਟਰਨੈਟ ਕਮਿਊਨੀਕੇਸ਼ਨ ਕਿਸ ਨੂੰ ਰੈਫਰ ਕਰਦੇ ਹੋ ਤੁਸੀਂ? ਸਭ ਤੋਂ ਪਹਿਲਾਂ ਹੋ ਗਿਆ ਸ਼ੇਅਰਿੰਗ ਆਫ ਇਨਫੋਰਮੇਸ਼ਨ। ਕੋਈ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ, ਆਈਡੀਆ ਸ਼ੇਅਰ ਕਰਦੇ ਹੋ, ਸਿੰਪਲ ਵਰਡਸ ਓਵਰ ਦਾ ਇੰਟਰਨੈਟ। ਕਿਵੇਂ? ਵੀ ਸਪੋਜ਼ ਕਰੋ ਫੈਮਿਲੀ ਪੀਪਲ ਨੇ, ਇੱਕ ਤੁਹਾਡੇ ਕੋਲ ਇੰਡੀਆ ਦੇ ਵਿੱਚ ਹੈ, ਕਾਮਨਲੀ ਜੇ ਆਪਾਂ ਐਗਜ਼ਾਮਪਲ ਲਈਏ, ਇੱਕ ਪੰਜਾਬ ਦੇ ਵਿੱਚ ਹੈ, ਦੂਜੇ ਜਿਹੜੀ ਫੈਮਿਲੀ ਆ ਉਹ USA ਦੇ ਵਿੱਚ ਹੈ ਜਾਂ ਕੈਨੇਡਾ ਦੇ ਵਿੱਚ ਆ। ਉਹ ਆਪਸ ਦੇ ਵਿੱਚ ਇੰਟਰਨੈਟ ਦੇ ਦੁਆਰਾ ਵੀਡੀਓ ਕਾਲ ਕਰਦੇ ਨੇ, ਮੈਸੇਜ ਕਰਦੇ ਨੇ। ਸੋ ਇਹ ਸਾਡੇ ਕੋਲ ਸਭ ਤੋਂ ਬੜੀ ਐਗਜ਼ਾਮਪਲ ਹੋ ਗਈ। ਵਾਟ ਆਰ ਦਾ ਐਡਵਾਂਟੇਜਸ ਆਫ ਇੰਟਰਨੈਟ ਕਮਿਊਨੀਕੇਸ਼ਨ? ਕਿਹੜੀਆਂ ਇੰਟਰਨੈਟ ਕਮਿਊਨੀਕੇਸ਼ਨ ਦੀਆਂ ਐਡਵਾਂਟੇਜਸ ਨੇ? ਵਰਸਟੈਲਿਟੀ, ਕਿ 24 ਘੰਟੇ 7 ਦਿਨ ਜਿਹੜੀ ਹੈਗੀ ਆ ਇੰਟਰਨੈਟ ਕਮਿਊਨੀਕੇਸ਼ਨ ਅਵੇਲੇਬਲ ਆ। ਇਹਦੇ ਵਿੱਚ ਕੋਈ ਵੀ ਛੁੱਟੀ ਨਹੀਂ ਹੈਗੀ। ਤੁਸੀਂ ਜਦੋਂ ਜੀ ਕੀਤਾ ਉਦੋਂ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ। ਲੈਵਲਿੰਗ, ਕੁਝ ਪਰਸਨ ਕੀਬੋਰਡ ਦੇ ਉੱਤੇ ਬਹਿ ਕੇ ਜ਼ਿਆਦਾ ਵਧੀਆ ਤਰੀਕੇ ਨਾਲ ਕਮਿਊਨੀਕੇਟ ਕਰ ਸਕਦੇ ਨੇ। ਵੈਲ ਡਾਕੂਮੈਂਟਡ, unlike usual face-to-face communication, communication on the internet is well documented, thus creating a more responsible environment where the people had answerable to their words। ਯਾਨੀ ਕਿ ਬਹੁਤ ਵਧੀਆ ਇਨਵਾਇਰਮੈਂਟ ਇੱਥੇ ਕ੍ਰੀਏਟ ਕੀਤਾ ਹੋਇਆ ਇੰਟਰਨੈਟ ਦਾ। ਹਰ ਇੱਕ ਪੀਪਲ ਜ਼ਿੰਮੇਵਾਰ ਹੈਗਾ ਆਪਣੇ ਹਰ ਇੱਕ ਵਰਡ ਨੂੰ ਆਨਸਰ ਕਰਨ ਦੇ ਲਈ।
growing community. Like all forms of communication, everyone be shy at the first. In case of internet communication, people are more likely to sportive and engaged in discussion rather than other communication forms. ਇੱਕ ਗੱਲ ਵੇਖੀ ਗਈ ਆ ਵੀ ਇੱਥੇ ਜਿਹੜੇ ਹੈਗੇ ਨੇ ਜ਼ਿਆਦਾਤਰ ਪੀਪਲ ਸਪੋਰਟਿਵ ਨੇ ਤੇ ਡਿਸਕਸ਼ਨ ਜ਼ਿਆਦਾ ਕਰਦੇ ਨੇ। ਸੋ ਇਹ ਵੀ ਸਾਡੇ ਕੋਲੇ ਬਹੁਤ ਵਧੀਆ ਪਲੇਟਫਾਰਮ ਹੈਗਾ ਤੇ ਇਹਦੀ ਕਮਿਊਨਿਟੀ ਜਿਹੜੀ ਹੈਗੀ ਆ ਡੇ ਬਾਈ ਡੇ ਇਨਕਰੀਜ਼ ਹੋ ਰਹੀ ਹੈ। ਵਾਟ ਆਰ ਦਾ ਟਾਈਪ ਆਫ ਇੰਟਰਨੈਟ ਕਮਿਊਨੀਕੇਸ਼ਨ? ਕਹਿੰਦਾ ਕਮਿਊਨੀਕੇਸ਼ਨ ਦੇ ਕਿਹੜੇ ਕਿਹੜੇ ਤਰੀਕੇ ਨੇ ਜਿਹਦੇ ਦੁਆਰਾ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ। ਸਭ ਤੋਂ ਪਹਿਲਾ ਤਰੀਕਾ ਸੋਸ਼ਲ ਮੀਡੀਆ ਸਾਈਟਸ ਜਿਹੜੀਆਂ ਸਭ ਤੋਂ ਵੱਧ ਪਾਪੂਲਰ ਨੇ ਅੱਜ। ਫੋਰ ਐਗਜ਼ਾਮਪਲ ਫੇਸਬੁੱਕ ਹੋ ਗਿਆ, ਵਟਸਐਪ ਹੋ ਗਿਆ, ਠੀਕ ਹੈ। ਇਹ ਸਾਰੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਠੀਕ ਹੈ। ਔਰ ਵਟ ਐਵਰ ਅਕਾਊਂਟ ਵੀ ਹੈਵ ਅ ਸਿੰਗਲ ਪੋਸਟ ਐਂਡ ਕਨੈਕਟ ਟੂ ਅਸ ਅ ਫਰੈਂਡ or loved one through means of liking, sharing and commenting। ਅਸੀਂ ਉਹਦੇ ਕਮੈਂਟ ਕਰ ਸਕੀਏ, ਲਾਈਕ ਕਰ ਸਕੀਏ ਉਹਦੇ ਨੂੰ। ਉਹ ਜਿਹੜੀਆਂ ਸੋਸ਼ਲ ਸਾਈਟਸ ਸੀਗੀਆਂ ਉਹ ਇੱਕ ਇੰਟਰਨੈਟ ਕਮਿਊਨੀਕੇਸ਼ਨ ਦਾ ਬਹੁਤ ਮਹੱਤਵਪੂਰਨ ਸਾਧਨ ਹੈ। ਇੰਸਟੈਂਟ ਮੈਸੇਜਿੰਗ ਜਿਵੇਂ ਯਾਹੂ ਮੈਸੇਂਜਰ ਹੋ ਗਏ, ਵਿੰਡੋ ਲਾਈਵ ਮੈਸੇਂਜਰ ਹੋ ਗਿਆ ਐਕਸੈਕਟਰਾ, ਆਪਾਂ ਡਾਇਰੈਕਟ ਉਹਨਾਂ ਨੂੰ ਮੈਸੇਜਿੰਗ ਕਰ ਸਕੀਏ ਤਾਂ ਉਹ ਸਾਡੇ ਕੋਲ ਇੱਕ ਕਮਿਊਨੀਕੇਸ਼ਨ ਦੀ ਸੈਕੰਡ ਟਾਈਪ ਹੋ ਗਈ। ਥਰਡ ਟਾਈਪ ਹੋ ਗਈ ਈਮੇਲ, ਵੈਰੀ ਇੰਪੋਰਟੈਂਟ। ਈਮੇਲ ਜਿਹੜੀ ਹੈਗੀ ਆ ਉਹ ਵੀ ਇੱਕ ਕਮਿਊਨੀਕੇਸ਼ਨ ਦਾ ਬਹੁਤ ਹੀ ਮਹੱਤਵਪੂਰਨ ਸਾਧਨ ਹੈ। ਫੋਰਮ ਡਾਇਰੈਕਟ ਹੈ ਜੀ। ਫੋਰਮ ਅਸੀਂ ਕ੍ਰੀਏਟ ਕਰਦੇ ਹਾਂ ਕਿ ਪੀਪਲ ਹੂ ਹੈਵ ਕੁਐਸਚਨ ਔਰ ਵਾਂਟ ਏ ਸਟਾਰਟ ਐਨ ਆਈਡੀਆ ਔਰ ਥੋਟਸ ਟੂ ਏ ਗਰੁੱਪ ਡਿਸਕਸ਼ਨ। ਕਿ ਸਾਨੂੰ ਕੋਈ ਟੈਕਨੀਕਲ ਕੁਐਸਚਨ ਦੀ ਸਾਨੂੰ ਕੁਐਰੀ ਜਿਹੜੀ ਹੈਗੀ ਆ ਉਸ ਕਿਸੇ ਫੋਰਮ ਦੇ ਉੱਤੇ ਪਾਤੀ, ਸਾਨੂੰ ਹੈਲਪ ਚਾਹੀਦੀ ਆ, ਤਾਂ ਉਹਦੇ ਉੱਤੇ ਜਿਹੜੇ ਵਰਡ ਦੇ ਵਿੱਚ ਡਿਫਰੈਂਟ ਲੋਕੇਸ਼ਨ ਦੇ ਉੱਤੇ ਜਿਹੜੇ ਐਕਸਪਰਟ ਬੈਠੇ ਨੇ ਉਹ ਆਪਣੀ ਰਾਏ ਉਸ ਕੁਐਸਚਨ ਦੇ ਰਿਗਾਰਡਿੰਗ ਜਾਂ ਉਸ ਪ੍ਰੋਬਲਮ ਦੇ ਰਿਗਾਰਡਿੰਗ ਉਹ ਦਿੰਦੇ ਨੇ। ਬਲੌਗ, ਕੰਸੀਡਰ ਦਿਸ ਇਜ਼ ਦਾ ਪ੍ਰੀ ਇੰਟਰਨੈਟ ਜਰਨਲ ਔਰ ਡਾਇਰੀ। ਜ਼ਿਆਦਾਤਰ ਬੰਦੇ ਜਿਹੜੇ ਹੈਗੇ ਨੇ ਉਹ ਬਲੌਗ ਨੂੰ ਅਰਨ ਮਨੀ ਪ੍ਰਮੋਟਿੰਗ ਪ੍ਰੋਡਕਟਸ, ਕੋਈ ਪ੍ਰੋਡਕਟ ਨੂੰ ਅਸੀਂ ਪ੍ਰਮੋਟ ਕਰਨਾ ਉਹਨੂੰ ਅਸੀਂ ਬਲੌਗ ਦੇ ਉੱਤੇ ਪ੍ਰਮੋਟ ਕਰ ਸਕਦੇ ਹਾਂ। ਇਨਫੋਰਮੇਸ਼ਨ ਅਸੀਂ ਸ਼ੇਅਰ ਕਰ ਸਕਦੇ ਹਾਂ, ਕੋਈ ਟਿਊਟੋਰੀਅਲ ਨੇ ਅਸੀਂ ਉਹ ਵੀ ਆਪਣੇ ਬਲੌਗ ਦੇ ਉੱਤੇ ਪਾ ਸਕਦੇ ਹਾਂ। ਨੈਕਸਟ ਸਾਡੇ ਕੋਲ ਆ ਗਿਆ ਜੀ ਇੰਟਰਨੈਟ ਦਾ ਅਗਲਾ ਫਾਇਦਾ ਜਿਹੜਾ ਹੈਗਾ ਜੋਬ ਸਰਚ। ਇੰਟਰਨੈਟ ਇਜ਼ ਐਕਸਲੈਂਟ ਟੂਲ ਫॉर ਲੋਕੇਟ ਅ ਜੋਬ। ਬਹੁਤ ਵਧੀਆ ਗੱਲ ਹੈ। ਬਹੁਤ ਸਾਰੀਆਂ ਵੈਬਸਾਈਟ ਬਣੀਆਂ ਹੋਈਆਂ ਜਿਹਦੇ ਉੱਤੇ ਜਾ ਕੇ ਅਸੀਂ ਆਪਣੇ ਰਿਜ਼ਿਊਮ ਦੇ ਮੁਤਾਬਿਕ, ਆਪਣੀ ਰਿਕੁਆਇਰਮੈਂਟ ਦੇ ਮੁਤਾਬਿਕ ਜੋਬ ਨੂੰ ਸਰਚ ਕਰ ਸਕਦੇ ਹਾਂ। ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ ਜੀ ਕਿ ਜੋਬ ਸਰਚ ਦੇ ਵਿੱਚ ਕਿਹੜੀਆਂ ਵੈਬਸਾਈਟ ਨੇ। monsterindia.com, naukri.com, naukriHub.com, timesjob.com। ਦੀਜ਼ ਆਰ ਦਾ ਵੈਬਸਾਈਟਸ ਜਿਹੜੀਆਂ ਕਿ ਤੁਹਾਨੂੰ ਜੋਬ ਨੂੰ ਲੱਭਣ ਦੇ ਵਿੱਚ ਸਹਾਇਤਾ ਕਰਦੀਆਂ ਨੇ। ਸੋਸ਼ਲ ਮੀਡੀਆ ਕੈਨ ਅਲਾਓ ਅਸ ਟੂ ਗੈਟ ਟੂ ਕਲੋਜ਼ ਅਪ ਦਾ ਪਰਸਨਲ ਵਿਦ ਪੋਟੈਂਸ਼ੀਅਲ ਐਮਪਲੋਇਰਸ। ਸੋਸ਼ਲ ਮੀਡੀਆ ਵੀ ਇੱਕ ਸਾਧਨ ਹੋ ਸਕਦਾ ਜੋਬ ਨੂੰ ਸਰਚ ਕਰਨ ਦਾ, ਕਿ ਜਿਹੜੀਆਂ ਕੰਪਨੀਜ਼ ਨੇ ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੇ, ਉਹਦੇ ਉੱਤੇ ਉਹ ਜਿਹੜੀ ਹੈਗੀ ਇਨਫੋਰਮੇਸ਼ਨ ਉਹ ਪਾਉਂਦੇ ਰਹਿੰਦੇ ਨੇ। ਕਿ ਜਿੱਦਾਂ ਕਿ ਟਵਿੱਟਰ ਹੈਗੀ ਹੈ, ਟਵਿੱਟਰ ਗਿਵਸ ਟੂ ਐਬਿਲਿਟੀ ਟੂ ਫੋਲੋ ਕੰਪਨੀਜ਼ ਐਂਡ ਰਿਕਰੂਟਰਸ। ਟਵਿੱਟਰ ਤੁਹਾਨੂੰ ਇਹ ਆਪਸ਼ਨ ਪ੍ਰੋਵਾਈਡ ਕਰਦੀ ਆ ਬਈ ਤੁਸੀਂ ਕੰਪਨੀਜ਼ ਨੂੰ ਅਤੇ ਜਿਹੜੇ ਜੋਬ ਰਿਕਰੂਟ ਕਰਦੇ ਨੇ ਰਿਕਰੂਟਰਸ ਨੇ ਉਹਨਾਂ ਨੂੰ ਤੁਸੀਂ ਫੋਲੋ ਅਪ ਕਰ ਸਕੋ। ਅਤੇ ਸਿਮਿਲਰ ਕਮਸ ਤੁਹਾਡੇ ਕੋਲ ਫੇਸਬੁੱਕ ਵੀ ਕਰਦੀ ਹੈ, ਕਿਉਂਕਿ ਹਰ ਕੰਪਨੀ ਦਾ ਆਪਣਾ ਅੱਜ ਇੱਕ ਫੇਸਬੁੱਕ ਅਕਾਊਂਟ ਜ਼ਰੂਰ ਹੈਗਾ ਜੀ। ਵਿਜ਼ਿਟ ਐਮਪਲਾਇਰਸ ਵੈਬਸਾਈਟ ਟੂ ਲੁੱਕ ਫॉर ਏ ਜੋਬ ਐਂਡ ਵਰਕ ਅਪਰਚੁਨਿਟੀਜ਼। ਤੁਸੀਂ ਜਿਹੜੀ ਐਮਪਲਾਇਰ ਦੀ ਵੈਬਸਾਈਟ ਆ ਉਹਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਸੈਕਿੰਡ ਚੀਜ਼ ਆ ਗਈ, ਇਹ ਤਾਂ ਸੀਗੀ ਤੁਸੀਂ ਜੋਬ ਨੂੰ ਸਰਚ ਕਰ ਰਹੇ ਹੋ, ਤੁਸੀਂ ਆਪਣਾ ਰਿਜ਼ਿਊਮ ਵੀ ਪ੍ਰੈਜ਼ੈਂਟ ਕਰ ਸਕਦੇ ਹੋ। ਅਗਰ ਕਿਸੇ ਕੰਪਨੀ ਨੂੰ ਲੋੜ ਹੈ ਤਾਂ ਉਹ ਤੁਹਾਡੇ ਰਿਜ਼ਿਊਮ ਦੇ ਮੁਤਾਬਿਕ ਤੁਹਾਨੂੰ ਕਾਲ ਕਰ ਸਕਦੀ ਹੈ। ਆਵਰ ਜੋਬ ਸਰਚ ਡਜ਼ ਨਾਟ ਅਬਾਊਟ ਫਾਈਂਡਿੰਗ ਦਾ ਰਾਈਟ ਜੋਬ, ਇਟ ਇਜ਼ ਅਬਾਊਟ ਕਨਵਿੰਸਿੰਗ ਐਮਪਲਾਇਰਸ ਦੈਟ ਵੀ ਆਰ ਦਾ ਰਾਈਟ ਪਰਸਨ ਫॉर देयर ਜੋਬ। ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਜੀ ਆਪਾਂ ਐਮਪਲੋਇਰ ਨੂੰ ਇਹ ਦੱਸਦੇ ਹਾਂ ਵੀ ਅਸੀਂ ਸੂਟੇਬਲ ਪਰਸਨ ਆ ਜਿਸ ਚੀਜ਼ ਨੂੰ ਉਹ ਲੱਭ ਰਿਹਾ, ਜਿਸ ਬੰਦੇ ਨੂੰ ਉਹ ਲੱਭ ਰਿਹਾ ਆਪਣੀ ਕੰਪਨੀ ਦੇ ਵਿੱਚ ਜੋਬ ਦੇ ਲਈ। ਨੈਕਸਟ ਸਾਡੇ ਕੋਲ ਹੈਗਾ ਜੀ ਔਨਲਾਈਨ ਸ਼ਾਪਿੰਗ। ਤੁਸੀਂ ਕੋਈ ਵੀ ਪ੍ਰੋਡਕਟ ਜਿਹੜਾ ਹੈਗਾ ਔਨਲਾਈਨ ਸ਼ਾਪਿੰਗ ਤੋਂ ਮੰਗਵਾ ਸਕਦੇ ਹੋ। ਇਹਦੇ ਨਾਲ ਤੁਹਾਨੂੰ ਰੇਟ ਵੀ ਸਹੀ ਮਿਲਦਾ। ਔਨਲਾਈਨ ਸ਼ਾਪਿੰਗ ਇਜ਼ ਦਾ ਐਕਸ਼ਨ ਔਰ ਐਕਟੀਵਿਟੀ ਆਫ ਬਾਇੰਗ ਗੁਡਸ ਐਂਡ ਸਰਵਿਸਿਜ਼ ਓਵਰ ਦਾ ਇੰਟਰਨੈਟ। ਦਿਸ ਇਜ਼ ਦਾ ਡੈਫੀਨੇਸ਼ਨ ਕਿ ਤੁਸੀਂ ਕੋਈ ਵੀ ਜਿਹੜਾ ਪ੍ਰੋਡਕਟ ਹੈਗਾ ਉਹ ਇੰਟਰਨੈਟ ਤੋਂ ਔਨਲਾਈਨ ਸ਼ਾਪਿੰਗ ਦੁਆਰਾ ਮੰਗਵਾ ਸਕਦੇ ਹੋ।
ਕੁਝ ਵੈਬਸਾਈਟਸ ਨੇ ਜੀ, ਵੈਬਸਾਈਟ ਜਿਹੜੀਆਂ ਹੈਗੀਆਂ ਐਮਾਜ਼ੋਨ, ਫਲਿੱਪਕਾਰਟ, ਸਨੈਪਡੀਲ, ਦੀਜ਼ ਆਰ ਦਾ ਵੈਬਸਾਈਟਸ ਜਿਹੜੀਆਂ ਕਿ ਜਿਨ੍ਹਾਂ ਤੁਸੀਂ ਔਨਲਾਈਨ ਸ਼ਾਪਿੰਗ ਕਰ ਸਕਦੇ। ਇਹ ਪੂਰੀ ਪ੍ਰੋਸੈਸ ਸਟੈਪ ਦਿੱਤੇ ਹੋਏ ਨੇ ਵੀ ਤੁਸੀਂ ਔਨਲਾਈਨ ਜਿਹੜਾ ਪ੍ਰੋਡਕਟ ਆ ਕਿਵੇਂ ਖਰੀਦ ਸਕਦੇ ਹੋ। ਜਿਵੇਂ ਫੋਰ ਐਗਜ਼ਾਮਪਲ ਮੈਂ ਬੁੱਕ ਹੀ ਖਰੀਦਣੀ ਆ ਕੋਈ, ਤਾਂ ਬੁੱਕ ਜਿਹੜੀ ਹੈਗੀ ਆ ਉਹ ਮੈਂ ਸਰਚ ਆਊਟ ਕਰ ਲਈ, ਉਹਨੂੰ ਕਾਰਟ ਦੇ ਵਿੱਚ ਐਡ ਕਰ ਲਿਆ, ਐਡ ਟੂ ਬਾਸਕਟ ਕਹਿ ਲਓ, ਐਡ ਟੂ ਕਾਰਟ ਕਹਿ ਲਓ, ਦੈਨ ਚੈੱਕਆਊਟ, ਪੇਮੈਂਟ ਕਰੋ ਅਤੇ ਔਡਰ ਤੁਹਾਡਾ ਪਲੇਸ ਹੋ ਜਾਏਗਾ ਅਤੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਤੁਹਾਡੀ ਪ੍ਰੋਡਕਟ ਹੈਗਾ ਤੁਹਾਡੇ ਘਰ ਐਡਰੈਸ ਦੇ ਉੱਤੇ ਪਹੁੰਚ ਜਾਏਗਾ। ਇਹ ਕੁਝ ਐਡਵਾਂਟੇਜ ਔਰ ਡਿਸਐਡਵਾਂਟੇਜਸ ਨੇ ਔਨਲਾਈਨ ਸ਼ਾਪਿੰਗ ਦੀਆਂ ਕਿ ਜੀ ਬਹੁਤ ਸੌਖੀ ਹੈ, ਬਹੁਤ ਵਧੀਆ ਪ੍ਰਾਈਸ ਮਿਲਦੇ ਨੇ, ਬਹੁਤ ਵੈਰਾਈਟੀ ਮਿਲ ਜਾਂਦੀ ਹੈ, ਤੁਹਾਨੂੰ ਗਿਫਟ ਸੈਂਡ ਕਰ ਸਕਦੇ ਹੋ ਅਤੇ ਮੋਰ ਕੰਟਰੋਲ ਵੀ ਤੁਹਾਨੂੰ ਮਿਲ ਜਾਂਦੇ ਨੇ। ਕੋਈ ਕਰਾਊਡ ਨਹੀਂ ਹੈਗਾ ਅਤੇ ਇਹ ਨਹੀਂ ਹੈਗਾ ਵੀ ਤੁਸੀਂ ਜਿੱਦਾਂ ਟਰਡੀਸ਼ਨਲ ਸ਼ਾਪਿੰਗ ਦੇ ਵਿੱਚ ਦੁਕਾਨ 'ਤੇ ਜਾਂਦੇ ਹੋ ਅਤੇ ਉੱਥੇ ਬਹੁਤ ਸਾਰੀ ਭੀੜ ਹੁੰਦੀ ਹੈ, ਉੱਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ। ਡਿਸਐਡਵਾਂਟੇਜ ਕੀ ਚੀਜ਼ ਹੈ? ਨੈਗੇਟਿਵ ਇਨਵਾਇਰਮੈਂਟਲ ਇੰਪੈਕਟ ਆਫ ਪੈਕੇਜਿੰਗ ਤੁਹਾਨੂੰ ਕਈ ਵਾਰੀ ਔਡ ਮਿਲ ਜਾਂਦੀ ਹੈ। ਉਸ ਤੋਂ ਬਾਅਦ ਸ਼ਿਪਿੰਗ ਪ੍ਰੋਬਲਮ ਔਰ ਡਿਲੇਜ਼ ਇਹ ਕਾਮਨਲੀ ਆਉਂਦੀਆਂ ਨੇ। ਫਰੋਡ ਦਾ ਰਿਸਕ ਰਹਿੰਦਾ, ਰਿਸਕ ਆਫ ਫਰੋਡ, ਲੈਸ ਕੰਟੈਕਟ ਵਿਦ ਆਵਰ ਕਮਿਊਨਿਟੀ, ਕਿ ਅਗਰ ਅਸੀਂ ਔਨਲਾਈਨ ਸ਼ਾਪਿੰਗ ਕਰੀ ਜਾਂਦੇ ਹਾਂ ਤਾਂ ਜਿਹੜੇ ਆਲੇ ਦੁਆਲੇ ਜਿਹੜੇ ਸਾਡੇ ਸ਼ਾਪਕੀਪਰ ਨੇ, ਸ਼ਾਪ ਓਨਰ ਨੇ, ਉਹਨਾਂ ਨਾਲ ਅਸੀਂ ਟੁੱਟ ਜਾਂਦੇ ਹੈਗੇ ਆ ਅਤੇ ਇਹਦੇ ਨਾਲ ਅਸੀਂ ਔਨਲਾਈਨ ਜਿਹੜਾ ਟਾਈਮ ਆ ਉਹ ਜ਼ਿਆਦਾ ਸਪੈਂਡ ਕਰਦੇ ਹਾਂ। ਰਿਟਰਨ ਕੈਨ ਵੀ ਕੰਪਲੀਕੇਟਡ, ਦੁਬਾਰਾ ਵਾਪਸ ਕਰਨਾ ਵੀ ਸਾਨੂੰ ਕਈ ਵਾਰੀ ਥੋੜ੍ਹਾ ਜਿਹਾ ਕੰਪਲੈਕਸ ਹੋ ਜਾਂਦਾ। ਵੀ ਡੂ ਨੋਟ ਨੋ ਐਗਜ਼ੈਕਟਲੀ ਵਟ ਵੀ ਆਰ ਗੈਟਿੰਗ, ਸਾਨੂੰ ਖੁਦ ਨੂੰ ਪਤਾ ਨਹੀਂ ਚੱਲਦਾ ਵੀ ਸਾਨੂੰ ਕੀ ਚੀਜ਼ ਚਾਹੀਦੀ। ਸਾਡੇ ਕੋਲ ਆਪਸ਼ਨਸ ਅਵੇਲੇਬਲ ਹੁੰਦੀਆਂ, ਸਾਨੂੰ ਜੋ ਚੀਜ਼ ਚਾਹੀਦੀ ਆ ਉਹ ਅਸੀਂ ਖਰੀਦ ਲੈਂਦੇ ਹਾਂ, ਉਸ ਤੋਂ ਵੀ ਜ਼ਿਆਦਾ ਖਰੀਦ ਲੈਂਦੇ ਹਾਂ। ਸੋ ਦਿਸ ਆਰ ਦਾ ਐਡਵਾਂਟੇਜ ਐਂਡ ਡਿਸਐਡਵਾਂਟੇਜਸ ਆਫ ਦਾ ਔਨਲਾਈਨ ਸ਼ਾਪਿੰਗ। ਨੈਕਸਟ ਸਾਡੇ ਕੋਲ ਆ ਗਿਆ ਜੀ ਟਰੈਵਲ, ਟੂਰ ਐਂਡ ਟਰੈਵਲ। ਇੰਟਰਨੈਟ ਬਹੁਤ ਵਧੀਆ ਹੈਲਪ ਕਰਦਾ ਹੈਗਾ ਵੀ ਹੋਲੀਡੇਜ਼ ਕਿ ਤੁਸੀਂ ਕਿੱਥੇ ਬਿਤਾਉਣੀਆਂ ਨੇ ਜਾਂ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਟਰੈਵਲ ਕੈਨ ਬੀ ਡਨ ਬਾਈ ਫੂਟ, ਬਾਈਸਾਈਕਲ, ਟ੍ਰੇਨ, ਬੱਸ, ਐਰੋਪਲੇਨ, ਵਿਦ ਔਰ ਵਿਦਾਊਟ ਲਗੇਜ। ਹੁਣ ਟੈਕਨੋਲੋਜੀ ਨੇ ਕੀ ਕੀਤਾ? ਟੈਕਨੋਲੋਜੀ ਪਹਿਲਾਂ ਤੁਹਾਨੂੰ ਬੈਸਟ ਲੋਕੇਸ਼ਨ ਪ੍ਰੋਵਾਈਡ ਕਰਾਉਂਦੀ ਹੈ, ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਉਂਦੀ ਹੈ ਕਿ ਤੁਸੀਂ ਉੱਥੇ ਵਿਜ਼ਿਟ ਕਰਨ ਤੋਂ ਪਹਿਲਾਂ ਹੀ ਉਸ ਲੋਕੇਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਉੱਥੇ ਜਾਣ ਦਾ ਕਿੰਨਾ ਕਿਰਾਇਆ ਤੁਹਾਡੇ ਘਰ ਤੋਂ, ਉਹ ਸਾਰਾ ਤੁਸੀਂ ਆਪਣਾ ਪੈਕੇਜ ਬਣਾ ਸਕਦੇ ਹੋ। ਅੱਜ ਕੱਲ੍ਹ ਤਾਂ ਕੁਝ ਕੰਪਨੀਜ਼ ਹੈਗੀਆਂ ਨੇ ਉਹ ਵੀ ਤੁਹਾਨੂੰ ਔਨਲਾਈਨ ਜਿਹੜਾ ਹੈਗਾ ਇਹ ਸਰਵਿਸ ਪ੍ਰੋਵਾਈਡ ਕਰਦੀਆਂ ਨੇ। ਟਿਕਟਾਂ ਖਰੀਦ ਸਕਦੇ ਹੋ, ਰੇਲਵੇ ਦੀ ਟਿਕਟ ਖਰੀਦ ਸਕਦੇ ਹੋ, ਏਅਰ ਟਿਕਟ ਖਰੀਦ ਸਕਦੇ ਹੋ। ਸੋ ਇਹ ਸਾਰੀਆਂ ਜਿਹੜੀਆਂ ਆਪਸ਼ਨਸ ਹੈਗੀਆਂ ਤੁਹਾਡੇ ਕੋਲ ਇਹ ਅਵੇਲੇਬਲ। ਜਿੱਦਾਂ ਕਿ ਜਿਹੜੀ ਵੈਬਸਾਈਟ ਸ਼ੋਟ ਕੀਤੀ ਆ, ਰੇਲਵੇ ਟਿਕਟ ਬੁਕਿੰਗ ਔਨ IRTC ਵੈਬਸਾਈਟਸ। ਇਹ ਔਨਲਾਈਨ ਹੀ ਤੁਸੀਂ ਟਿਕਟ ਬੁੱਕ ਕਰਤੀ, ਔਨਲਾਈਨ ਹੀ ਤੁਹਾਡੇ ਕੋਲ ਘਰੇ ਆ ਜੂਗੀ। ਇਹਦੀ ਜਿਹੜੀ ਵੈਬਸਾਈਟ ਹੈਗੀ ਆ ਉਹ ਇਹ ਹੈ ਜੀ। ਨੈਕਸਟ ਸਾਡੇ ਕੋਲੇ ਆ ਗਿਆ ਜੀ ਫਾਸਟੈਗ, ਫੈਸਿਲਿਟੀ ਆਫ ਦਾ ਫਾਸਟੈਗ ਟਰੈਵਲਿੰਗ। ਫਾਸਟੈਗ ਅੱਜ ਕੱਲ੍ਹ ਤੁਹਾਡੇ ਕੋਲੇ ਗੱਡੀਆਂ ਦੇ ਵਿੱਚ ਲੱਗਣਾ ਜ਼ਰੂਰੀ ਹੈ ਅਤੇ ਜਿਹੜੇ ਟੋਲਸ ਹੈਗੇ ਨੇ ਉਹਨਾਂ ਨੂੰ ਤੁਸੀਂ ਈਜ਼ੀਲੀ ਪਾਸ ਆਊਟ ਕਰ ਸਕੋ। ਫਾਸਟੈਗ ਇਜ਼ ਲਿੰਕਡ ਟੂ ਏ ਪ੍ਰੀਪੇਡ ਅਕਾਊਂਟ, ਉਹ ਆਪਣੇ ਆਪ ਜਿਹੜਾ ਹੈਗਾ ਤੁਹਾਡੇ ਖਾਤੇ ਦੇ ਵਿੱਚੋਂ ਜਿਹੜੀ ਅਮਾਊਂਟ ਹੈਗੀ ਆ ਉਹ ਡੈਬਿਟ ਹੋ ਜਾਂਦੀ ਹੈ। ਤਾਂ ਟੈਗ ਇੰਪਲਾਈਜ਼ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ। ਜਿਹੜਾ ਟੈਗ ਹੈਗਾ ਉਹ ਰਿਫਟ ਟੈਕਨੋਲੋਜੀ ਦੇ ਉੱਤੇ ਜਿਹੜਾ ਹੈਗਾ ਬੇਸਡ ਹੈਗਾ, ਉਹ ਵਹੀਕਲ ਦੇ ਉੱਤੇ ਲੱਗ ਜਾਏਗਾ। ਸੋਸ਼ਲ ਨੈਟਵਰਕਿੰਗ ਆਲਰੇਡੀ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਜੀ ਸੋਸ਼ਲ ਮੀਡੀਆ ਜਿਹੜਾ ਹੈਗਾ ਅੱਜ ਕੱਲ੍ਹ ਬਹੁਤ ਜ਼ਿਆਦਾ ਸਟਰੋਂਗ ਹੈ। ਸੋਸ਼ਲ ਨੈਟਵਰਕਿੰਗ ਦਾ ਯੂਜ਼ ਆਫ ਇੰਟਰਨੈਟ ਬੇਸਡ ਸੋਸ਼ਲ ਮੀਡੀਆ ਸਾਈਟਸ ਟੂ ਸਟੇ ਕਨੈਕਟਡ ਵਿਦ ਦਾ ਫਰੈਂਡਸ। ਅਸੀਂ ਆਪਣੇ ਫਰੈਂਡ ਸਰਕਲ ਦੇ ਨਾਲ ਵੀ ਕਨੈਕਟ ਰਹਿ ਸਕਦੇ ਹਾਂ। ਇਹਦਾ ਸਭ ਤੋਂ ਵਧੀਆ ਐਗਜ਼ਾਮਪਲ ਆ ਵੀ ਜਿਹੜੇ ਤੁਹਾਡੇ ਫਰੈਂਡਸ ਤੁਹਾਡੇ ਕੋਲੇ ਦੂਰ ਬੈਠੇ ਨੇ, ਉਹ ਵੀ ਤੁਹਾਡੇ ਸੋਸ਼ਲ ਮੀਡੀਆ ਦੇ ਨਾਲ ਤੁਹਾਡੇ ਨਾਲ ਉਹ ਅਟੈਚ ਰਹਿੰਦੇ ਨੇ। ਨੈਕਸਟ ਸਾਡੇ ਕੋਲ ਜਿਹੜੇ ਸੋਸ਼ਲ ਨੈਟਵਰਕਿੰਗ ਸਾਈਟਸ ਨੇ ਉਹਦੇ ਬਾਰੇ ਦੱਸਿਆ ਹੋਇਆ। ਇੱਕ ਸਾਡੇ ਕੋਲ ਸਭ ਤੋਂ ਪਹਿਲਾਂ ਹੈਗੀ ਹੈ ਫੇਸਬੁੱਕ। ਫੇਸਬੁੱਕ ਇਜ਼ ਦਾ ਬਿਗੇਸਟ ਸੋਸ਼ਲ ਮੀਡੀਆ ਸਾਈਟ ਅਰਾਊਂਡ ਵਿਦ ਮੋਰ ਦੈਨ 2 ਬਿਲੀਅਨ ਪੀਪਲ ਆਰ ਯੂਜ਼ਿੰਗ ਐਵਰੀ ਮੰਥ। ਸਭ ਤੋਂ ਵੱਡੀ ਵੈਬਸਾਈਟ ਆ। ਤੁਹਾਡੇ ਵਿੱਚੋਂ ਮੈਂ ਆਈ ਹੋਪ ਕਿ ਸਾਰੇ ਸਟੂਡੈਂਟਸ ਦੇ ਜਿਹੜੇ ਅਕਾਊਂਟ ਹੋਣਗੇ ਉਹ ਫੇਸਬੁੱਕ ਦੇ ਉੱਤੇ ਹੋਣਗੇ। ਮੈਕਸੀਮਮ ਸਟੂਡੈਂਟਸ ਇਹਨੂੰ ਯੂਜ਼ ਕਰਦੇ ਨੇ। ਨੈਕਸਟ ਸਾਡੇ ਕੋਲ ਹੈਗੀ ਯੂਟਿਊਬ। ਯੂਟਿਊਬ ਇਜ਼ ਏ ਵੀਡੀਓ ਸ਼ੇਅਰਿੰਗ ਪਲੇਟਫਾਰਮ। ਯੂਟਿਊਬ ਜਿਹੜਾ ਚੈਨਲ ਹੈਗਾ, ਯੂਟਿਊਬ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈਗਾ। ਇਹਦੇ ਤੁਸੀਂ ਵੀਡੀਓ ਅਪਲੋਡ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ।
ਨੈਕਸਟ ਸਾਡੇ ਕੋਲ ਹੈਗਾ ਜੀ WhatsApp। WhatsApp ਇਜ਼ ਅ ਮੈਸੇਜਿੰਗ ਐਪ। ਇਹ ਸਭ ਤੋਂ ਵੱਧ ਯੂਜ਼ ਹੋ ਰਹੀ ਹੈ ਤਕਰੀਬਨ ਪੀਪਲ ਇਨ ਓਵਰ 180 ਕੰਟਰੀਜ਼ ਇਨੀਸ਼ੀਅਲੀ। 180 ਕੰਟਰੀ ਦੇ ਵਿੱਚ ਲਗਭਗ ਇਹ ਵਰਤੀ ਜਾ ਰਹੀ ਹੈ। ਇੰਸਟਾਗ੍ਰਾਮ, ਇਹ ਤੁਹਾਡੇ ਕੋਲੇ ਫੋਟੋ ਅਤੇ ਵੀਡੀਓ ਸ਼ੇਅਰਿੰਗ ਸੋਸ਼ਲ ਮੀਡੀਆ ਐਪ ਹੈਗੀ ਹੈ, ਇਹ ਵੀ ਬਹੁਤ ਵਰਤੀ ਜਾ ਰਹੀ ਹੈ। ਵਾਈ ਇਜ਼ ਇੰਸਟਾਗ੍ਰਾਮ ਇਜ਼ ਕਾਲਡ ਇੰਸਟਾਗ੍ਰਾਮ? ਇੰਸਟੈਂਟ ਕੈਮਰਾ ਪਲੱਸ ਟੈਲੀਗ੍ਰਾਮ ਇਜ਼ ਇਕੁਅਲ ਟੂ ਦਾ, ਇਹ ਇਹਨਾਂ ਨੇ ਇਹਦੀ ਦੱਸਿਆ ਹੋਇਆ ਵੀ ਅਸੀਂ ਇਸ ਨੂੰ ਇੰਸਟਾਗ੍ਰਾਮ ਹੀ ਕਿਉਂ ਕਾਲ ਕਰਦੇ ਹਾਂ। ਕੰਬੀਨੇਸ਼ਨ ਆਫ ਦਾ ਵਰਡ ਇੰਸਟੈਂਟ ਕੈਮਰਾ ਐਂਡ ਟੈਲੀਗ੍ਰਾਮ। ਸੋ ਦਿਸ ਇਜ਼ ਦਾ ਕੰਸੈਪਟ ਕਿ ਦੋ ਵਰਡ ਤੋਂ ਮਿਲ ਕੇ ਬਣਿਆ ਹੋਇਆ ਹੈ ਇੰਸਟੈਂਟ ਕੈਮਰਾ ਅਤੇ ਟੈਲੀਗ੍ਰਾਮ ਤੋਂ ਮਿਲ ਕੇ ਬਣਿਆ ਹੋਇਆ ਇੰਸਟਾਗ੍ਰਾਮ। ਦੈਨ ਨੈਕਸਟ ਸਾਡੇ ਕੋਲ ਆ ਗਿਆ ਜੀ ਟਵਿੱਟਰ। ਟਵਿੱਟਰ ਇਜ਼ ਦਾ ਆਨਲਾਈਨ ਨਿਊਜ਼ ਐਂਡ ਸੋਸ਼ਲ ਨੈਟਵਰਕਿੰਗ ਸਾਈਟ। ਪੀਪਲ ਕਮਿਊਨੀਕੇਟ ਇਨ ਸ਼ਾਰਟ ਮੈਸੇਜ ਇਜ਼ ਕਾਲਡ ਟਵੀਟਸ। ਛੋਟੇ ਛੋਟੇ ਮੈਸੇਜ ਦੁਆਰਾ ਇਹ ਜਿਹੜੇ ਹੈਗੇ ਨੇ ਪੀਪਲ ਕਮਿਊਨੀਕੇਟ ਕਰਦੇ ਨੇ। ਸੋ ਇਹ ਵੀ ਬਹੁਤ ਪਾਪੂਲਰ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ। ਨੈਕਸਟ ਸਾਡੇ ਕੋਲ ਹੈਗਾ ਜੀ ਇੰਟਰਨੈਟ ਸਰਚ। ਸਾਡੇ ਕੋਲ ਸਰਚ ਇੰਜਨ ਕਿਹੜੇ ਕਿਹੜੇ ਨੇ? ਸਭ ਤੋਂ ਪਹਿਲਾ ਸਰਚ ਇੰਜਨ ਸਾਡੇ ਕੋਲ ਹੈਗਾ ਜੀ ਗੂਗਲ, ਦੀ ਬੈਸਟ। ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਜਿਹੜਾ ਗੂਗਲ ਹੈਗਾ ਉਹ ਸਭ ਤੋਂ ਵਧੀਆ ਸਰਚ ਇੰਜਨ ਹੈਗਾ ਜੀ ਇਨ ਦਾ ਵਰਲਡ, ਐਂਡ ਇਟ ਇਜ਼ ਆਲਸੋ ਮੋਸਟ ਪਾਪੂਲਰ ਪ੍ਰੋਡਕਟ ਫਰੋਮ ਦਾ ਗੂਗਲ। ਬਿੰਗ ਇਜ਼ ਆਲਸੋ ਏ ਸਰਚ ਇੰਜਨ ਫਰੋਮ ਦਾ ਮਾਈਕਰੋਸੋਫਟ। Answer to the Google. Bing is the Microsoft's answer to the Google, and it is launched in 2009. ਇਹ ਬਾਈ ਡਿਫਾਲਟ ਸਰਚ ਇੰਜਨ ਹੁੰਦਾ ਜੀ ਮਾਈਕਰੋਸੋਫਟ ਦੇ ਵੈਬ ਬਰਾਊਜ਼ਰ ਦੇ ਵਿੱਚ। ਨੈਕਸਟ ਸਾਡੇ ਕੋਲ ਆ ਗਿਆ ਵਿਕੀਪੀਡੀਆ। ਵਿਕੀਪੀਡੀਆ ਇਜ਼ ਅ ਫ੍ਰੀ ਓਪਨ ਕੰਟੈਂਟ ਆਨਲਾਈਨ ਐਨਸਾਈਕਲੋਪੀਡੀਆ। ਇਹ ਐਨਸਾਈਕਲੋਪੀਡੀਆ ਹੈ ਥਰੂ ਦਾ collaborative efforts of the community of the user is known as Wikipedians। ਇਹ ਜਿਹੜੀ ਕਮਿਊਨਿਟੀ ਹੈਗੀ ਯੂਜ਼ਰ ਦੀ ਉਹਦੇ ਦੁਆਰਾ ਤਿਆਰ ਕੀਤਾ ਗਿਆ ਐਨਸਾਈਕਲੋਪੀਡੀਆ। ਇਹਦੇ ਉੱਤੇ ਕੋਈ ਵੀ ਚੀਜ਼ ਆਪਾਂ ਸਰਚ ਆਊਟ ਕਰਦੇ ਹਾਂ ਉਹ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਉਹ ਦੇ ਦਿੰਦਾ ਹੈਗਾ। ਜਿਹੜਾ ਵਿਕੀਪੀਡੀਆ ਸੀਗਾ ਉਹ ਜੀ 15 ਜਨਵਰੀ 2001 ਨੂੰ launch ਹੋਇਆ। Wikipedia was available only in English, but later on it is available in 295 languages। 295 languages ਦੇ ਵਿੱਚ ਇਹ available ਹੈਗਾ। encyclopedia.com encyclopedia.com provide us reference entries from credible published source like Oxford University Press and Columbia Encyclopedia। ਸੋ ਇਹ ਵੀ ਬਹੁਤ ਵਧੀਆ ਵੈਬਸਾਈਟ ਹੈ। ਟੈਕਨੀਕਸ। ਨੈਕਸਟ ਟੌਪਿਕ ਸਾਡੇ ਕੋਲ ਆ ਗਿਆ ਵੀ ਅਸੀਂ ਇੰਟਰਨੈਟ ਦੇ ਉੱਤੇ ਸਰਚ ਕਿਵੇਂ ਕਰਨਾ। ਇਹਦੇ ਲਈ ਸਭ ਤੋਂ ਪਹਿਲਾਂ ਹੈਗਾ ਵੀ ਬਾਈ ਯੂਜ਼ਿੰਗ ਸਪੈਸੀਫਿਕ ਕੀਵਰਡ। ਸਪੋਜ਼ ਕਰੋ ਤੁਸੀਂ ਕੋਈ ਬੇਕਰੀ ਆਈਟਮ ਸਰਚ ਕਰਨੀ ਹੈ, ਪਰ ਬੇਕਰੀ ਜਦੋਂ ਤੁਸੀਂ ਸਿੰਪਲ ਲਿਖਦੇ ਹੋ ਬੇਕਰੀ ਤਾਂ ਉੱਥੇ ਬਹੁਤ ਸਾਰੀ ਬੇਕਰੀਜ਼ ਦੀਆਂ ਆਈਟਮ ਆ ਜਾਂਦੀਆਂ ਨੇ ਅਤੇ ਹਰ ਇੱਕ ਅਲੱਗ-ਅਲੱਗ ਲੋਕੇਸ਼ਨ ਦੇ ਉੱਤੇ ਜਿਹੜੀਆਂ ਬੇਕਰੀਜ਼ ਨੇ ਉਹ ਸਰਚ ਆਊਟ ਕਰ ਦਿੰਦਾ। ਬਟ ਅਗਰ ਤੁਸੀਂ ਬੇਕਰੀ ਦੇ ਨਾਲ ਆਈਟਮ ਜਿਹੜੀ ਤੁਹਾਨੂੰ ਚਾਹੀਦੀ ਆ ਉਹ ਵੀ ਨਾਲ ਲਿਖ ਦਿੰਦੇ ਹੋ ਤਾਂ ਤੁਹਾਨੂੰ ਉਹ ਜਿਹੜੀ ਸਰਚ ਆ ਤੁਹਾਡੀ ਉਹ ਜ਼ਿਆਦਾ ਰਿਫਾਈਨ ਹੋ ਜਾਂਦੀ ਹੈ, ਛੋਟੀ ਹੋ ਜਾਂਦੀ ਹੈ ਅਤੇ ਤੁਹਾਨੂੰ ਬੈਟਰ ਰਿਜ਼ਲਟ ਮਿਲਦੇ ਨੇ। ਅਗਰ ਤੁਸੀਂ ਉਹਨੂੰ ਹੋਰ ਰਿਫਾਈਨ ਕਰਨਾ ਚਾਹੁੰਦੇ ਹੋ ਤਾਂ ਉਹਦੇ ਨਾਲ ਲੋਕੇਸ਼ਨ ਵੀ ਐਡ ਕਰ ਦਿਓ ਤਾਂ ਤੁਹਾਡੇ ਨੀਅਰੈਸਟ ਜਿਹੜੀ ਬੇਕਰੀ ਹੋਊਗੀ ਤੁਹਾਨੂੰ ਉਹਦੇ ਬਾਰੇ ਜਿਹੜੇ ਇੰਟਰਨੈਟ ਤੋਂ ਜਾਣਕਾਰੀ ਮਿਲ ਜਾਊਗੀ। ਨੈਕਸਟ ਆ ਗਿਆ ਜੀ ਬਾਏ ਸੈਂਪਲੀਫਾਈਂਗ ਯੂਅਰ ਸਰਚ ਟਰਮਸ। ਅਗਰ ਤੁਸੀਂ ਇੰਗਲਿਸ਼ ਦੇ ਵਰਡ ਪ੍ਰੈਪੋਜੀਸ਼ਨ ਲਗਾ ਲੈਂਦੇ ਹੋ ਇਨ, ਆਫ, ਔਨ, ਕੰਜੰਕਸ਼ਨਸ, ਐਂਡ, ਬਟ, ਆਰਟੀਕਲਸ ਤਾਂ ਜਿਹੜੀ ਤੁਹਾਡੀ ਸਰਚ ਆ ਇੰਟਰਨੈਟ ਦੇ ਉੱਤੇ ਉਹ ਹੋਰ ਜ਼ਿਆਦਾ ਰਿਫਾਈਨ ਹੋ ਜਾਏਗੀ। ਨੈਕਸਟ ਹੈ ਜੀ ਕੋਟੇਸ਼ਨ ਮਾਰਕਸ। ਇਹ ਬੜੀ ਇੰਪੋਰਟੈਂਟ ਹੈ ਵੀ ਅਗਰ ਡਬਲ ਕੋਟ ਦੇ ਵਿੱਚ ਕੋਈ ਮੈਂ ਵਰਡ ਲਿਖ ਕੇ ਸਰਚ ਆਊਟ ਕਰਦਾ ਤਾਂ ਤੁਹਾਡੇ ਕੋਲ ਜਿਹੜੇ ਰਿਜ਼ਲਟ ਆਉਣਗੇ ਸਰਚ ਰਿਜ਼ਲਟ ਆਉਣਗੇ ਸਿਰਫ ਉਸੇ ਵਰਡ ਦੇ ਰਿਲੇਟਡ ਆਉਣਗੇ। ਨੈਕਸਟ ਸਾਡੇ ਕੋਲ ਆ ਗਿਆ ਜੀ ਅਨਹੈਲਪਫੁਲ ਵਰਡਸ ਨੂੰ ਤੁਸੀਂ ਰਿਮੂਵ ਕਰ ਦਿਓ ਜਿਨ੍ਹਾਂ ਦੀ ਲੋੜ ਨਹੀਂ ਹੈ। ਸਰਚ ਯੂਜ਼ਿੰਗ ਆਪਰੇਟਰਸ। ਆਪਰੇਟਰ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਆਪਣੀ ਸਰਚ ਨੂੰ ਹੋਰ ਰਿਫਾਈਨ ਕਰਨ ਦੇ ਲਈ, ਜਿੱਦਾਂ ਕਿ ਸਟਾਰ ਸਿੰਬਲ ਹੈਗਾ ਇਹਦੀ ਵਰਤੋਂ ਕਰ ਸਕਦੇ ਹੋ, ਜਾਂ ਕੁਐਸਚਨ ਮਾਰਕ ਹੈਗਾ ਇਹਦੀ ਵਰਤੋਂ ਕਰ ਸਕਦੇ ਹੋ। ਕੰਬੀਨੇਸ਼ਨ ਸਰਚਿਸ।
ਤੁਸੀਂ ਔਰ ਆਪਰੇਟਰ ਲਗਾ ਸਕਦੇ ਹੋ, ਇਹਦੇ ਨਾਲ ਵੀ ਜਿਹੜੀ ਤੁਹਾਡੀ ਸਰਚ ਹੈਗੀ ਆ ਹੋਰ ਜ਼ਿਆਦਾ ਰਿਫਾਈਨ ਹੋ ਜਾਏਗੀ। ਨੈਕਸਟ ਹੈਗਾ ਜੀ ਸਰਚ ਸਪੈਸੀਫਿਕ ਸਾਈਟ। ਅਗਰ ਤੁਸੀਂ ਨਾਲ URL ਟਾਈਪ ਕਰ ਦਿੰਦੇ ਹੋ, ਜਿਵੇਂ ਇਹ ਲਿਖਿਆ ਹੋਇਆ ਜੀ ਸਾਈਟ ਕੋਲਨ, ਤਾਂ ਸਿਰਫ ਇਸੇ ਵੈਬਸਾਈਟ ਦੇ ਉੱਤੇ ਜਿਹੜੀ ਹੈਗੀ ਆ ਸਰਚ ਹੋਏਗੀ, ਹੋਰ ਕਿਸੇ ਵੀ ਵੈਬਸਾਈਟ ਦੇ ਉੱਤੇ ਸਰਚ ਨਹੀਂ ਹੋਏਗੀ। ਫਾਈਂਡਿੰਗ ਰਿਲੇਟਡ ਸਾਈਟਸ। ਅਗਰ ਤੁਹਾਨੂੰ ਰਿਲੇਟਡ ਵੈਬਸਾਈਟ ਦੇ ਉੱਤੇ ਰਿਜ਼ਲਟ ਚਾਹੀਦਾ ਹੈਗਾ, ਅਨਦਰ ਯੂਜ਼ਫੁਲ ਆਪਰੇਟਰ ਇਜ਼ ਰਿਲੇਟਡ abc.com। ਜਿਹੜੀਆਂ ਤੁਹਾਡੀ ਸਰਚ ਹੋਏਗੀ ਉਹ ਵੈਬਸਾਈਟ ਜਿਹੜੀ ਸਿਮਿਲਰ ਟੂ ABC ਦੇ ਹੋਏਗੀ, ਉਹਨਾਂ ਦੇ ਉੱਤੇ ਵੀ ਤੁਹਾਡੀ ਸਰਚ ਜਿਹੜੀ ਹੈਗੀ ਆ ਉਹ ਚਲੀ ਜਾਏਗੀ ਅਤੇ ਉੱਥੋਂ ਵੀ ਤੁਹਾਨੂੰ ਰਿਜ਼ਲਟ ਮਿਲਣਗੇ। ਨੈਕਸਟ ਟੌਪਿਕ ਆ ਗਿਆ ਤੁਹਾਡੇ ਕੋਲ ਇਮੇਜ ਸਰਚ। ਤੁਸੀਂ ਗੂਗਲ ਦੇ ਉੱਤੇ ਜਿਹੜੀ ਇਮੇਜ ਆ ਉਹਨੂੰ ਵੀ ਸਰਚ ਕਰ ਸਕਦੇ ਹੋ। ਉਹਦੇ ਵਿੱਚ ਇਹ ਸਾਈਨ ਬਣਿਆ ਹੋਏਗਾ। ਨੈਕਸਟ ਤੁਸੀਂ ਨਿਊਜ਼ ਨੂੰ ਸਰਚ ਕਰ ਸਕਦੇ ਹੋ। ਗੂਗਲ ਨਿਊਜ਼, ਯਾਹੂ ਨਿਊਜ਼, ਇਹ ਜਿਹੜੀਆਂ ਹੈਗੀਆਂ ਨੇ ਨਿਊਜ਼ ਆਪਾਂ ਈਜ਼ੀਲੀ ਇੰਟਰਨੈਟ ਦੇ ਉੱਤੇ ਸਰਚ ਕਰ ਸਕਦੇ ਹੋ। ਮੈਪ ਸਰਚ ਕਰ ਸਕਦੇ ਹੋ। ਗੂਗਲ ਦੀ ਇੱਕ ਹੋਰ ਬਹੁਤ ਵਧੀਆ ਫੈਸਿਲਿਟੀ ਹੈ, ਔਨਲਾਈਨ ਮੈਪ ਸਰਵਿਸ ਕੈਨ ਯੂਜ਼ ਟੂ ਗੈਟ ਦਾ ਡਾਇਰੈਕਸ਼ਨ ਔਰ ਸਰਚ ਅ ਗਿਵਨ ਲੋਕੇਸ਼ਨ। ਇੰਟਰਨੈਟ ਐਂਡ ਵਰਲਡ ਵਾਈਡ ਵੈਬ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇੰਟਰਨੈਟ ਅਤੇ ਵਰਲਡ ਵਾਈਡ ਵੈਬ ਕੀ ਚੀਜ਼ ਨੇ। ਇੰਟਰਨੈਟ ਕੀ ਚੀਜ਼ ਹੈ? ਇੰਟਰਨੈਟ ਆਲਰੇਡੀ ਅਸੀਂ ਪੜ੍ਹ ਚੁੱਕੇ ਹਾਂ, ਇੱਕ ਗਲੋਬਲ ਨੈਟਵਰਕ ਹੈ ਆਫ ਨੈਟਵਰਕਸ। Web, also referred formally as World Wide Web, is a collection of information which is accessed via internet। ਜਿਹੜੀ ਇਨਫੋਰਮੇਸ਼ਨ ਅਸੀਂ ਇੰਟਰਨੈਟ ਦੇ ਥਰੂ ਐਕਸੈਸ ਕਰਦੇ ਹਾਂ ਉਹ ਕੀ ਹੈ? ਵਰਲਡ ਵਾਈਡ ਵੈਬ ਹੈ। The another way to look at this difference is the internet is infrastructure while the web is the services। That is very important, on the top of the infrastructure। Alternatively, internet can be viewed as big book store। ਇੰਟਰਨੈਟ ਇੱਕ ਬਿਗ ਬੁੱਕ ਸਟੋਰ ਦੀ ਤਰ੍ਹਾਂ, ਅਤੇ ਜਿਹੜਾ ਵੈਬ ਹੋ ਗਿਆ ਉਹ ਕਲੈਕਸ਼ਨ ਆਫ ਬੁੱਕਸ ਇਨ ਦੈਟ ਸਟੋਰ। ਅਗਰ ਆਪਾਂ ਸਿੰਪਲ ਗੱਲ ਕਰੀਏ ਵੀ ਇੰਟਰਨੈਟ ਕੀ ਹੋ ਗਿਆ ਕਿ ਇਨਫਰਾਸਟਰਕਚਰ ਹੋ ਗਿਆ ਮੇਨ ਗੱਲ, ਵੈਬ ਇਜ਼ ਦਾ ਸਰਵਿਸ ਔਨ ਦਾ ਟੋਪ ਆਫ ਦਾ ਇਨਫਰਾਸਟਰਕਚਰ। ਵਰਲਡ ਵਾਈਡ ਵੈਬ ਜੋ ਅਸੀਂ ਵਰਤਦੇ ਹਾਂ ਉਹ ਅਸੀਂ ਸਰਵਿਸ ਵਰਤਦੇ ਹਾਂ ਇੰਟਰਨੈਟ ਦੀ ਵਰਤੋਂ ਦੇ ਨਾਲ। ਇੱਕ ਹੋਰ ਗੱਲ ਇਹਨੇ ਡਿਫਰੈਂਸ ਲਿਖਿਆ ਹੋਇਆ, ਵਰਲਡ ਵਾਈਡ ਵੈਬ ਔਰ ਸਿੰਪਲੀ ਵੈਬ ਇਜ਼ ਦਾ ਵੇ ਆਫ ਐਕਸੈਸਿੰਗ ਇਨਫੋਰਮੇਸ਼ਨ ਓਵਰ ਦਾ ਮੀਡੀਅਮ ਆਫ ਦਾ ਇੰਟਰਨੈਟ। ਇੰਟਰਨੈਟ ਦੀ ਵਰਤੋਂ ਕਰਕੇ ਜਿਹੜੀਆਂ ਅਸੀਂ ਸਰਵਿਸਿਜ਼ ਲੈਂਦੇ ਹਾਂ ਉਹਨੂੰ ਅਸੀਂ ਵਰਲਡ ਵਾਈਡ ਵੈਬ ਕਹਿ ਦਿੰਦੇ ਹਾਂ। ਇੰਟਰਨੈਟ ਦੀ ਵਰਤੋਂ ਕਰਦਿਆਂ ਤੁਹਾਨੂੰ ਉਹਦੀ ਸਿਕਿਉਰਿਟੀ ਦਾ ਵੀ ਧਿਆਨ ਰੱਖਣਾ ਚਾਹੀਦਾ, ਕਿਉਂਕਿ ਇੰਟਰਨੈਟ ਦੇ ਉੱਤੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੋ ਜਾਂਦੀ ਹੈ। ਤੁਹਾਡੀ ਉਹ ਪਰਸਨਲ ਵੀ ਹੋ ਸਕਦੀ ਆ ਅਤੇ ਤੁਹਾਡੀ ਬੈਂਕ ਦੇ ਰਿਲੇਟਡ ਵੀ ਹੋ ਸਕਦੀ ਹੈ। ਹੁਣ ਉਹਦੀ ਸਿਕਿਉਰਿਟੀ ਦਾ ਧਿਆਨ ਤੁਸੀਂ ਕਿਵੇਂ ਰੱਖੋਗੇ? ਸਭ ਤੋਂ ਪਹਿਲਾਂ ਤੁਸੀਂ ਬਚਣਾ ਕਿਸ ਤੋਂ ਹੈ ਜੀ? ਸਭ ਤੋਂ ਪਹਿਲਾਂ ਹੈਕਰ ਤੋਂ ਬਚਣਾ। ਹੈਕਰ ਕੌਣ ਹੁੰਦੇ ਨੇ? ਹੈਕਰ ਉਹ ਪੀਪਲ ਹੁੰਦੇ ਨੇ, ਉਹ ਬੰਦੇ ਹੁੰਦੇ ਨੇ ਜਿਹੜੇ ਤੁਹਾਡੀ ਔਨਲਾਈਨ ਸਿਕਿਉਰਿਟੀ ਨੂੰ ਬ੍ਰੇਕ ਕਰਦੇ ਨੇ। ਉਹ ਤੁਹਾਡਾ ਪਾਸਵਰਡ ਚੁਰਾ ਸਕਦੇ ਨੇ, ਤੁਹਾਡੀ ਇਨਫੋਰਮੇਸ਼ਨ ਚੁਰਾ ਸਕਦੇ ਨੇ, ਅਤੇ ਉਹਨੂੰ ਆਪਣੇ ਬੈਨੀਫਿਟ ਦੇ ਲਈ ਉਹ ਵਰਤ ਸਕਦੇ ਨੇ। ਦੂਜਾ ਤੁਸੀਂ ਜਿਹੜਾ ਬਚਣਾ ਹੈਗਾ ਜਾਂ ਧਿਆਨ ਰੱਖਣਾ ਹੈਗਾ ਸਿਕਿਉਰਿਟੀ ਦਾ, ਉਹ ਵਾਇਰਸ ਤੋਂ। ਵਾਇਰਸ ਕੀ ਹੈ? ਇੱਕ ਪ੍ਰੋਗਰਾਮ ਹੈ ਜਿਹੜਾ ਬਿਨਾਂ ਦੱਸੇ ਤੁਹਾਡੇ ਕੰਪਿਊਟਰ ਦੇ ਵਿੱਚ ਇੰਸਟਾਲ ਹੋ ਜਾਂਦਾ ਅਤੇ ਤੁਹਾਡੀ ਜਾਣਕਾਰੀ ਇਕੱਠੀ ਕਰਕੇ ਉਹ ਹੈਕਰ ਨੂੰ ਵੀ ਭੇਜ ਸਕਦਾ, ਜਾਂ ਤੁਹਾਡੇ ਜਿਹੜੀ ਇੰਪੋਰਟੈਂਟ ਜਾਣਕਾਰੀ ਆ ਉਹਨੂੰ ਉਹ ਡਿਲੀਟ ਕਰ ਸਕਦਾ, ਜਿਹਦੇ ਨਾਲ ਤੁਹਾਨੂੰ ਫਾਈਨੈਂਸ਼ੀਅਲ ਲੋਸ ਵੀ ਹੋ ਸਕਦਾ, ਅਤੇ ਉੱਦਾਂ ਤੁਹਾਡੀ ਜਿਹੜੀ ਸੇਵ ਕੀਤਾ ਹੋਇਆ ਡਾਟਾ ਉਹਦਾ ਵੀ ਤੁਹਾਨੂੰ ਲੋਸ ਹੋ ਸਕਦਾ ਹੈਗਾ। ਇਸ ਕਰਕੇ ਜਦੋਂ ਵੀ ਤੁਸੀਂ ਕੋਈ ਫਾਈਲ ਕੰਪਿਊਟਰ ਦੇ ਵਿੱਚ ਡਾਊਨਲੋਡ ਜਾਂ ਕਾਪੀ ਕਰਨੀ ਹੈਗੀ ਆ ਤਾਂ ਉਹਨੂੰ ਪਹਿਲਾਂ ਐਂਟੀਵਾਇਰਸ ਦੇ ਨਾਲ ਉਹਨੂੰ ਸਕੈਨ ਜ਼ਰੂਰ ਕਰਨਾ ਚਾਹੀਦਾ ਹੈ। ਸਪਾਈਵੇਅਰ, ਇਹ ਵੀ ਸੋਫਟਵੇਅਰ ਹੁੰਦੇ ਨੇ, ਪ੍ਰੋਗਰਾਮ ਹੁੰਦੇ ਨੇ। ਇਹ ਤੁਹਾਡੇ ਕੰਪਿਊਟਰ ਦੇ ਵਿੱਚ ਚੁੱਪ ਚਪੀਤੇ ਇੰਸਟਾਲ ਹੋ ਜਾਣਗੇ ਅਤੇ ਤੁਹਾਡੀ ਪਰਸਨਲ ਇਨਫੋਰਮੇਸ਼ਨ ਨੂੰ ਕਲੈਕਟ ਕਰਨਗੇ, ਠੀਕ ਹੈ। ਅਤੇ ਉਹਦੇ ਅਕੋਰਡਿੰਗਲੀ ਉਹ ਤੁਹਾਨੂੰ ਕੋਈ ਐਡਵਰਟਾਈਜ਼ਮੈਂਟ ਦਿਖਾ ਸਕਦੇ ਨੇ ਜਾਂ ਤੁਹਾਡੀ ਜਾਣਕਾਰੀ ਜਿਹੜੀ ਹੈਗੀ ਆ ਉਹ ਚੁਰਾ ਸਕਦੇ ਨੇ।
ਵਰਮਸ ਇਜ਼ ਸੈਲਫ ਰੈਪਲੀਕੇਟਿੰਗ ਪ੍ਰੋਗਰਾਮ, ਤੇ ਉਹਨੂੰ ਸਪਰੈਡ ਕਰਦੇ ਰਹਿੰਦੇ ਨੇ ਨੈਟਵਰਕ ਦੇ ਉੱਤੇ। ਅਨਲਾਈਕ ਅ ਵਾਇਰਸ, a worm does not need to attach itself with another program in order to spread। worms ਨੂੰ ਵਾਇਰਸ ਦੀ ਤਰ੍ਹਾਂ ਕੋਈ ਪ੍ਰੋਗਰਾਮ ਨਹੀਂ ਚਾਹੀਦਾ ਅਟੈਚ ਹੋਣ ਦੇ ਲਈ। ਫਿਸ਼ਿੰਗ, ਇਹ ਜਿਹੜੀ ਵੈਬਸਾਈਟ ਤੁਸੀਂ ਜਨਰਲੀ ਵਿਜ਼ਿਟ ਕਰਦੇ ਹੋ ਜਾਂ ਜਿਹਦੇ ਉੱਤੇ ਤੁਸੀਂ ਇਨਫੋਰਮੇਸ਼ਨ ਪਾਉਂਦੇ ਹੋ, ਉਹਦੀ ਇੱਕ ਨਕਲੀ ਵੈਬਸਾਈਟ ਜਿਹੜੇ ਹੈਕਰ ਨੇ ਉਹ ਤਿਆਰ ਕਰ ਲੈਂਦੇ ਨੇ, ਅਤੇ ਜਦ ਤੁਸੀਂ ਉਹਨੂੰ ਉੱਥੇ ਲੌਗਇਨ ਕਰਦੇ ਹੋ ਤਾਂ ਉਹ ਕੀ ਕਰਦੇ ਨੇ, ਉੱਥੋਂ ਤੁਹਾਡਾ ਜਿਹੜਾ ਈਮੇਲ ਆ, ਪਾਸਵਰਡ ਹੈਗਾ, ਉਹ ਤੁਹਾਡੇ ਤੋਂ ਉਹ ਚੁਰਾ ਲੈਂਦੇ ਨੇ, ਤੁਹਾਡੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਆ ਉਹ ਚੁਰਾ ਲੈਂਦੇ ਨੇ। ਸਪੈਮ ਇਜ਼ ਐਨੀ ਫਾਰਮ ਆਫ ਅਨਸੋਲੀਸਿਟਡ ਮੈਸੇਜ, ਇਟ ਵਿਲ ਬੀ ਔਨ ਈਮੇਲ ਪ੍ਰਾਈਵੇਟ ਫਾਰਮ ਮੈਸੇਜ। ਇਹ ਤੁਹਾਡੇ ਕੋਲ ਇੱਕ ਮੈਸੇਜ ਦਾ ਹੋ ਗਿਆ ਵੀ ਜਿਹੜੇ ਜਿੱਦਾਂ ਕਿ ਆਪਣੀ ਮੇਲ ਦੇ ਵਿੱਚ ਅਨਵਾਂਟਡ ਮੇਲਸ ਆਈ ਜਾਂਦੀਆਂ ਨੇ, ਠੀਕ ਹੈ ਨਹੀਂ, ਉਹਨਾਂ ਦੇ ਲਈ ਇੱਕ ਅਲੱਗ ਫੋਲਡਰ ਬਣਿਆ ਹੁੰਦਾ ਸਪੈਮਿੰਗ। ਤੁਸੀਂ ਇਹਨਾਂ ਸਾਰਿਆਂ ਤੋਂ ਬਚ ਕਿਵੇਂ ਸਕਦੇ ਹੋ? ਮੇਨ ਇੰਪੋਰਟੈਂਟ ਪੁਆਇੰਟ ਸਾਡੇ ਕੋਲ ਇੱਥੇ ਇਹ ਆ ਗਏ। ਸਭ ਤੋਂ ਪਹਿਲਾਂ ਤਾਂ ਆਪਣੇ ਐਂਟੀਵਾਇਰਸ ਨੂੰ ਤੁਸੀਂ ਅਪ ਟੂ ਡੇਟ ਰੱਖੋ। ਆਪਣੀ ਜਿਹੜਾ ਸੌਫਟਵੇਅਰ ਤੁਹਾਡੇ ਉੱਥੇ ਫਾਇਰਵਾਲ ਹੈਗੀ ਆ, ਲੱਗੀ ਹੋਈ ਆ, ਉਸ ਨੂੰ ਤੁਸੀਂ ਔਨ ਰੱਖੋ ਕਿ ਉਹ ਪੂਰੀ ਤਰ੍ਹਾਂ ਆਪਰੇਟ ਹੋਵੇ। ਪਾਸਵਰਡ ਨੂੰ ਸਟਰੋਂਗ ਰੱਖੋ, ਇਹ ਬੜੀ ਇੰਪੋਰਟੈਂਟ ਗੱਲ ਹੈਗੀ ਆ। ਪਾਸਵਰਡ ਦੇ ਜਿੰਨਾ ਤੁਹਾਡਾ ਵੱਡਾ ਹੋਏਗਾ ਅਤੇ ਜਿੰਨੇ ਉਹਦੇ ਵਿੱਚ ਸਟਰੋਂਗ ਤੋਂ ਕੀ ਭਾਵ ਹੋਇਆ ਵੀ ਉਹਦੇ ਵਿੱਚ ਕੈਪੀਟਲ ਲੈਟਰ ਵੀ ਹੈਗਾ, ਸਮਾਲ ਲੈਟਰ ਵੀ ਹੈਗਾ, ਉਹਦੇ ਵਿੱਚ ਕੋਈ ਸਿੰਬਲ ਵੀ ਹੈਗਾ, ਅਤੇ ਉਹਦੇ ਵਿੱਚ ਕੋਈ ਨੂਮੈਰਿਕ ਲੈਟਰ ਵੀ ਹੈਗਾ। ਇਹ ਤੁਹਾਡੇ ਕੋਲ ਇੱਕ ਸਟਰੋਂਗ ਪਾਸਵਰਡ ਹੋ ਗਿਆ। ਅਤੇ ਜਿੰਨੀ ਲੈਂਥ ਇਹਦੀ ਵੱਡੀ ਹੋਏਗੀ ਉਨੀ ਟਾਈਮ ਲੱਗੇਗਾ ਇਸ ਨੂੰ ਬ੍ਰੇਕਅਪ ਕਰਨ ਦੇ ਲਈ। ਸੋ ਆਲਵੇਜ਼ ਤੁਹਾਡਾ ਜਿਹੜਾ ਪਾਸਵਰਡ ਹੈਗਾ ਉਹ ਸਟਰੋਂਗ ਹੋਣਾ ਚਾਹੀਦਾ, ਪਲੱਸ ਤੁਸੀਂ ਉਹਨੂੰ ਸਮੇਂ-ਸਮੇਂ 'ਤੇ ਚੇਂਜ ਕਰਦੇ ਰਹਿਣੇ ਚਾਹੀਦੇ ਹੋ। ਆਪਰੇਟਿੰਗ ਸਿਸਟਮ ਦੇ ਜੋ ਵੀ ਅਪਡੇਟਸ ਆਏ ਨੇ ਉਹਨਾਂ ਨੂੰ ਤੁਸੀਂ ਇੰਸਟਾਲ ਕਰੋ। ਕੋਈ ਵੀ ਅਜਿਹੀ ਮੇਲ ਨਾ ਖੋਲੋ ਜਿਸ ਦੇ ਤੁਸੀਂ ਸ਼ੋਰ ਨਹੀਂ ਹੈਗੇ ਵੀ ਇਹ ਤੁਹਾਡੇ ਕਿਸੇ ਫਰੈਂਡ ਸਰਕਲ ਦੇ ਵਿੱਚੋਂ ਜਾਂ ਨੋਨ ਦੇ ਵਿੱਚੋਂ ਇਹ ਆਈ ਹੈਗੀ ਆ। ਸੋ ਸਟੂਡੈਂਟਸ, ਇਹ ਸੀਗਾ ਜੀ ਚੈਪਟਰ ਨੰਬਰ 2 ਕਲਾਸ 11ਵੀਂ।